ਜੀ। ਗਿਆਨ ਧਿਆਨ ਸਭ ਗੁਰ ਤੇ ਹੋਈ। ਗਿਆਨ ਧਿਆਨ ਸਭ ਗੁਰ ਤੇ ਹੋਈ। ਸਾਚੀ ਰਹਿਤ ਸਾਚਾ ਮਨ ਸੋਈ। ਮਨ ਮੁਖ ਕਥਨੀ ਹੈ, ਪਰ ਰਹਿਤ ਨਾ ਹੋਈ। ਮਨ ਮੁਖ ਕਥਨੀ ਹੈ, ਪਰ ਰਹਿਤ ਨਾ ਹੋਈ। ਨਾਵੋਂ ਭੂਲੇ ਥਾਉ ਨਾ ਕੋਈ। ਮਨ ਮਾਇਆ ਬੰਧਿਓ ਸਰ ਜਾਲ। ਘਟ ਘਟ ਵਿਆਪ ਰਹਿਓ ਬਿਖ ਨਾਲ। ਜੋ ਆਂਜੈ ਸੋ ਦੀਸੈ ਕਾਲ। ਕਾਰਜ ਸੀਧੋ ਹਿਰਦੈ ਸਮਾਲ। ਜੋ ਆਂਜੈ ਸੋ ਦੀਸੈ ਕਾਲ। ਕਾਰਜ ਸੀਧੋ ਹਿਰਦੈ ਸਮਾਲ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਪਿਆਰਿਓ, ਆਪ ਸਾਰੇ ਧੰਨਤਾ ਦੇ ਯੋਗ ਹੋ, ਵਡਭਾਗੇ ਹੋ। ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਸਾਰਿਆਂ ਨੂੰ ਗੁਰਬਾਣੀ ਵਿਚਾਰ ਸੁਣਨ ਦਾ ਸਮਾਂ ਮਿਲਿਆ। ਆਓ ਗੁਰਫਤਿਹ ਦੀ ਸਾਂਝ ਪਾਈਏ। ਸਾਰਿਆਂ ਨੇ ਇੱਕੇ ਵਾਰ ਕਹਿਣ ਤੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪਿਛਲੇ ਵਕਤ ਦੇ ਦੌਰਾਨ ਆਪਾਂ ਚੱਲ ਰਹੀ ਲੜੀ ਦੇ ਵਿੱਚੋਂ ਬਿਲਾਵਲ ਅਸ਼ਟਪਦੀਆਂ ਮਹਿਲਾ ਪਹਿਲਾ ਘਰ 10ਵਾਂ ਬਿਲਾਵਲ ਰਾਗ ਦੇ ਵਿੱਚੋਂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਚਿਤ ਬਾਣੀ ਅਸ਼ਟਪਦੀਆਂ ਦੇ ਵਿੱਚੋਂ 2 ਬੰਦ ਵਿਚਾਰ ਚੁੱਕੇ ਆ ਤੇ ਅਗਲੇ 2 ਬੰਦ ਆਪਾਂ ਪੜ੍ਹੇ ਨੇ। ਤੇ ਇਹਨਾਂ ਦੀ ਵਿਚਾਰ ਗੁਰੂ ਪਾਤਸ਼ਾਹ ਜੀ ਜਿਵੇਂ ਵੀ ਕਰਵਾਉਣਗੇ, ਆਪਾਂ ਕੋਸ਼ਿਸ਼ ਕਰਾਂਗੇ ਗੁਰਮਤਿ ਦੀ ਰੌਸ਼ਨੀ ਵਿੱਚ ਗੁਰਮਤਿ ਵਿਚਾਰਾਂ ਕਰਨ ਦਾ ਯਤਨ ਕਰਾਂਗੇ, ਕੋਸ਼ਿਸ਼ ਕਰਾਂਗੇ। ਮਾਲਕ ਭਲੀ ਕਰੇ। ਅੱਜ ਦੀ ਇਹ ਪਾਵਨ ਬਾਣੀ ਦੀ ਜਿਹੜੀ ਆਰੰਭਤਾ ਅਗਲੇ ਬੰਦ ਦੇ ਵਿੱਚ ਗਿਆਨ ਧਿਆਨ ਸਭ ਪਾਤਸ਼ਾਹ ਜੀ ਅੱਗੇ ਕਹਿੰਦੇ ਨੇ ਗੁਰ ਤੇ ਹੋਈ। ਪਿੱਛੇ ਆਪਾਂ ਇਸੇ ਹੀ ਸ਼ਬਦ ਦੇ ਨਾਲ ਜੁੜਵੀਂ ਗੱਲ ਕੀ ਸੁਣੀ ਸੀ? ਐਸਾ ਗਿਆਨ ਪਦਾਰਥ ਨਾਮ, ਗੁਰਮੁਖ ਪਾਵਸ ਰਸ ਰਸਮਾਨ। ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਸੀ, ਕਹਿੰਦੇ ਗਿਆਨ ਤੇ ਨਾਮ ਦੀ ਦਾਤ ਗੁਰੂ ਕੋਲੋਂ ਮਿਲਦੀ ਆ। ਗਿਆਨ ਤੇ ਨਾਮ ਦੀ ਦਾਤ ਦੁਨੀਆ ਦੇ ਕਿਸੇ ਕੋਨੇ ਵਿੱਚੋਂ ਗਿਆਨ ਨਾਮ ਦੀ ਦਾਤ ਨਹੀਂ ਜੇ ਮਿਲਦੀ। ਤੇ ਅੱਜ ਵੀ ਪਾਤਸ਼ਾਹ ਨੇ ਉਸੇ ਗੱਲ ਦੇ ਨਾਲ ਸੰਬੰਧਿਤ ਵਿਚਾਰ ਦਿੱਤੀ ਆ। ਗਿਆਨ
ਪਾਤਸ਼ਾਹ ਜੀ ਕਹਿੰਦੇ ਕੇਵਲ ਤੇ ਕੇਵਲ ਗੁਰੂ ਕੋਲੋਂ ਹੀ ਮਿਲਦਾ। ਗਿਆਨ ਧਿਆਨ ਸਭ ਗੁਰ ਤੇ ਹੋਈ। ਇਹ ਬਖਸ਼ਿਸ਼ ਗੁਰੂ ਕੋਲੋਂ ਮਿਲਣੀ ਆ, ਗੁਰੂ ਕੋਲੋਂ ਸਾਨੂੰ ਸੋਝੀ ਆਉਣੀ ਆ ਗਿਆਨ ਦੀ। ਜੇ ਆਪਾਂ ਵੇਖੀਏ ਦੁਨੀਆ ਦੇ ਵਿੱਚ ਗਿਆਨ ਦੀ ਕੋਈ ਕਮੀ ਨਹੀਂ ਹੈ, ਇਹ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ। ਦੁਨੀਆ ਦੇ ਵਿੱਚ ਗਿਆਨ ਬਹੁਤ ਆ, ਪਰ ਸ਼ਾਇਦ ਜਿਹੜਾ ਦੁਨੀਆ ਦਾ ਗਿਆਨ ਆ ਉਹਦੀ ਦੁਨੀਆ ਦੇ ਵਿੱਚ ਤਾਂ ਥੋੜ੍ਹੀ ਬਹੁਤੀ ਕੀਮਤ ਪੈ ਸਕਦੀ ਆ, ਪਰ ਜਿਹੜਾ ਗੁਰਮਤ ਗੁਰੂ ਦੀ ਮੱਤ, ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ, ਸ਼ੁੱਧ ਗਿਆਨ ਜਿਹਨੂੰ ਆਪਾਂ ਕਹਿ ਲਈਏ, ਜਿਸ ਗਿਆਨ ਦੇ ਵਿੱਚੋਂ ਜੀਵਨ ਬਣਦਾ, ਜਿਸ ਗਿਆਨ ਦੇ ਵਿੱਚੋਂ ਮਨੁੱਖ ਦੀ ਸ਼ਖਸੀਅਤ ਘੜੀ ਜਾਂਦੀ ਆ, ਜਿਸ ਗਿਆਨ ਦੇ ਵਿੱਚੋਂ ਬੰਦੇ ਦਾ ਜੀਵਨ ਠੱਗ ਬਿਰਤੀ ਚੋਂ ਸੱਜਣ ਬਿਰਤੀ ਚਲਾ ਜਾਂਦਾ, ਚੋਰ ਬਿਰਤੀ ਚੋਂ ਇੱਕ ਭਲਾ ਮਾਨਸ ਸਾਧ ਜੀਵਨ ਬਣ ਜਾਂਦਾ, ਬੇਸ਼ਵਾ ਬਿਰਤੀ ਦੇ ਵਿੱਚੋਂ ਇੱਕ ਇੱਜ਼ਤਦਾਰ ਜੀਵਨ ਬਣ ਜਾਂਦਾ। ਇਹ ਉਹ ਗਿਆਨ ਆ। ਦੁਨੀਆ ਦੇ ਵਿੱਚ ਗਿਆਨ ਦੀ ਕੋਈ ਕਮੀ ਨਹੀਂ ਨਾ, ਸਭ ਕੁਛ ਗਿਆਨ ਸਦਕੇ ਹੀ ਚੱਲਦਾ ਗਾ। ਜੇ ਵੇਖੀਏ ਤਾਂ ਆਪਾਂ ਸਾਰਾ ਕੁਛ ਗਿਆਨ ਸਦਕੇ ਹੀ ਆ ਨਾ। ਜਿੰਨੀਆਂ ਚੀਜ਼ਾਂ ਆਪਾਂ ਵੇਖ ਰਹੇ ਹਾਂ, ਮੋਟਰ ਗੱਡੀਆਂ, ਸਭ ਕੀ ਹੈ? ਇਹ ਸਭ ਗਿਆਨ ਆ। ਗਿਆਨ ਸਦਕਾ ਸਭ ਕੁਛ ਭੱਜਿਆ ਫਿਰਦਾ। ਪਰ ਉਹ ਗਿਆਨ ਕਿਤੇ ਨਾ ਕਿਤੇ ਜਾ ਕੇ ਇਉਂ ਜਾਪਦਾ ਵੀ ਕੇਵਲ ਤੇ ਕੇਵਲ ਸਾਡੀ ਲੋੜ ਪੂਰੀ ਕਰਨ ਵਾਸਤੇ, ਜੋ ਸਾਨੂੰ ਲੋੜ ਆ। ਗਿਆਨ ਸੀ ਪ੍ਰਸ਼ਾਦਾ ਕਿਵੇਂ ਤਿਆਰ ਕਰਨਾ, ਲੋੜ ਸੀ ਢਿੱਡ ਦੀ ਭੁੱਖ ਮਿਟਾਉਣੀ, ਮਿਟ ਗਈ। ਗਿਆਨ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ, ਤੇ ਗਿਆਨ ਦੀ ਲੋੜ ਪਈ, ਸਾਧਨ ਬਣ ਗਿਆ। ਮਕਾਨ ਬਣਾਉਣਾ ਲੋੜ ਸੀ, ਗਿਆਨ ਨੇ ਕੰਮ ਕੀਤਾ ਤੇ ਮਕਾਨ ਬਣ ਗਿਆ। ਮਤਲਬ ਦੁਨੀਆ ਦੇ ਵਿੱਚ ਗਿਆਨ ਹੈ, ਪਰ ਉਸ ਗਿਆਨ ਦੇ ਵਿੱਚ ਸਾਡੀ ਲੋੜ ਪੂਰਤੀ ਤਾਂ ਹੈ, ਪਰ ਸ਼ਖਸੀਅਤ ਨਹੀਂ ਘੜੀ ਜਾਂਦੀ। ਜਾਣੀ ਕਿ ਜੀਵਨ ਜਿਹੜਾ ਸੋਹਣਾ ਨਹੀਂ ਬਣਦਾ। ਤੇ ਘੜੀ ਹੈ ਸ਼ਬਦ ਸੱਚੀ ਟਕਸਾਲ, ਸ਼ਬਦ ਦੀ ਟਕਸਾਲ, ਜਾਣੀ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਵਿੱਚ ਸਾਡਾ ਜੀਵਨ ਘੜਿਆ ਜਾਂਦਾ। ਇੰਨਾ ਤੁਸੀਂ ਕਾਫੀ ਸਮਝ ਲਿਆ। ਤੇ ਗੁਰੂ ਸਾਹਿਬ ਨੇ ਕਿਹਾ ਕੀ ਆ ਹੁਣ? ਪਾਤਸ਼ਾਹ ਜੀ ਕਹਿੰਦੇ ਗਿਆਨ, ਦੂਜੀ ਗੱਲ ਕਹੀ ਆ ਧਿਆਨ। ਗਿਆਨ ਧਿਆਨ ਸਭ ਗੁਰ ਤੇ ਹੋਈ। ਇਹ ਗੁਰੂ ਕੋਲੋਂ ਮਿਲਦਾ ਭਾਈ। ਧਿਆਨ ਕਿਵੇਂ ਇੱਕ ਥਾਂ ਤੇ ਟਿਕਾਉਣਾ, ਤੇ ਨਹੀਂ ਤਾਂ ਦੁਨੀਆ ਦੇ ਵਿੱਚ ਆਪਾਂ ਨੂੰ ਪਤਾ ਸਾਡਾ ਧਿਆਨ ਇੱਕ ਥਾਂ ਤੇ ਟਿਕਦਾ ਹੀ ਨਹੀਂ ਹੈ। ਜਿੰਨਾ ਮਰਜ਼ੀ ਆਪਾਂ ਯਤਨ ਕਰੀਏ ਧਿਆਨ ਨੂੰ ਟਿਕਾਉਣਾ, ਜਾਣੀ ਕਿ ਆਪਣੇ ਮਨ ਨੂੰ ਫੁਰਨਿਆਂ ਤੋਂ ਰਹਿਤ ਕਰਨਾ, ਰੋਕਣਾ, ਤੇ ਇਹ ਦਾਤ ਵੀ ਗੁਰੂ ਦੇ ਗਿਆਨ ਚੋਂ ਮਿਲਦੀ ਆ। ਤੇ ਸੱਚ ਜਾਣਿਓ, ਮਨੁੱਖ ਦਾ ਜਿਹੜਾ ਧਿਆਨ ਆ ਉਹ ਸਭ ਦਾ ਹੀ ਅੱਜ ਭਟਕਣਾ ਚਾ, ਭਟਕ ਰਿਹਾ, ਖਿਲਰਿਆ ਹੋਇਆ ਧਿਆਨ ਆ, ਖਿੰਡਿਆ ਹੋਇਆ ਜਿਹਨੂੰ ਆਪਾਂ ਕਹਿ ਸਕਦੇ ਹਾਂ। ਤੇ ਇਹਨੂੰ ਇੱਕ ਥਾਂ ਤੇ ਰੱਖਣਾ, ਇਹ ਵਾਹਿਗੁਰੂ ਦੀ ਬਖਸ਼ਿਸ਼ ਕਿਰਪਾ ਦੁਆਰਾ ਹੀ ਸਾਨੂੰ ਮਿਲ ਸਕਦੀ ਹੈ। ਬਾਣੀ ਦੇ ਵਿੱਚ ਨੇ ਇੱਕ ਬੜੇ ਪ੍ਰਮਾਣ ਦਿੱਤੇ ਨੇ। ਪਾਤਸ਼ਾਹ ਜੀ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਜਾਣੀ ਕਿ ਗੁਰੂ ਦਾ ਗਿਆਨ ਪ੍ਰਾਪਤ ਕਰਨ ਵੇਲੇ, ਰੱਬੀ ਉਸਤਤ ਕਰਨ ਵੇਲੇ ਸਾਵਧਾਨ ਇਕਾਗਰ ਚੀਤ, ਮਨ ਤੇ ਤਨ ਇੱਕ ਕਰਨੇ। ਵੈਸੇ ਮਨ ਤੇ ਤਨ ਨੂੰ ਇੱਕ ਕਰਨਾ ਹੈ ਔਖਾ, ਪਰ ਦੁਨੀਆ ਦੇ ਵਿੱਚ ਬੜੇ ਕੰਮ ਨੇ ਜਿੱਥੇ ਮਨ ਤੇ ਤਨ ਆ ਜਿਹੜਾ ਇਕਾਗਰ ਹੋ ਜਾਂਦੇ ਨੇ। ਇੱਕ ਉਦਾਹਰਨ ਵਜੋਂ ਨਾ ਥੋੜ੍ਹੀ ਜਿਹੀ ਆਪਾਂ ਗੱਲ ਨੂੰ ਸਮਝਣਾ। ਮੰਨ ਲਵੋ ਵੀ ਤੁਸੀਂ ਸਾਰੇ ਜਾਣਦੇ ਹੋ ਵੀ ਨੌਜਵਾਨ ਬੱਚੇ ਬੱਚੀਆਂ ਗੱਤਕੇ ਦੀ ਫਾਈਟ ਲਾਉਂਦੀਆਂ, ਭਾਵੇਂ ਉਹ ਫਾਈਟ ਦਾ ਸਮਾਂ 2 ਮਿੰਟ ਆ, ਭਾਵੇਂ 3 ਮਿੰਟ ਆ, ਪਰ ਚੇਤਾ ਰੱਖਿਓ ਉਸ ਟਾਈਮ ਤੇ ਉਸ ਨੌਜਵਾਨ ਦੀ, ਉਸ ਬੱਚੇ ਦੀ ਜਿਹੜੀ ਬਿਰਤੀ ਆ ਨਾ,
ਭਾਵੇਂ ਕੁਛ ਮਿੰਟ ਜਾਂ ਸਕਿੰਟਾਂ ਦੀ ਗੇਮ ਆ, ਪਰ ਬਿਰਤੀ ਮਨ ਤੇ ਤਨ ਕਰਕੇ ਇਕਾਗਰ ਹੋ ਜਾਂਦੀ ਆ। ਜਿਨ੍ਹਾਂ ਦੀ ਉਸ ਟਾਈਮ ਤੇ ਬਿਰਤੀ ਇਕਾਗਰ ਹੋ ਗਈ, ਉਹਨਾਂ ਨੂੰ ਮੰਨਿਆ ਜਾਵੇਗਾ ਵੀ ਧਿਆਨ ਟਿਕ ਗਿਆ, ਭਾਵੇਂ 30 ਸਕਿੰਟ ਹੀ ਟਿਕਿਆ। ਤੇ ਜਿਨ੍ਹਾਂ ਦੀ ਬਿਰਤੀ ਇਕਾਗਰ ਨਹੀਂ ਹੋਈ, ਉਸ ਟਾਈਮ ਤੇ ਪੂਰਾ ਧਿਆਨ ਨਹੀਂ ਲਾਇਆ ਆਪਣਾ ਗੇਮ ਖੇਡਣ 'ਚ, ਤਾਂ ਉਸ ਟਾਈਮ ਤੇ ਉਹ ਹਾਰ ਜਾਂਦਾ। ਸਾਰੀ ਧਿਆਨ ਦੀ ਗੱਲ ਆ। ਇੱਦਾਂ ਹੋਰ ਕਿਸੇ ਵੀ ਕੰਮ ਦੇ ਵਿੱਚ ਆਪਾਂ ਵੇਖ ਸਕਦੇ ਹਾਂ, ਧਿਆਨ ਟਿਕਾਉਣ ਦੇ ਸਾਧਨ ਤਾਂ ਬਹੁਤ ਨੇ, ਪਰ ਸਿੱਖਿਆ ਸਾਨੂੰ ਗੁਰੂ ਕੋਲੋਂ ਮਿਲਦੀ ਆ। ਗੁਰੂ ਨੇ ਸਾਨੂੰ ਉਦਾਹਰਨਾਂ ਦੇ ਕੇ, ਐਗਜ਼ਾਮਪਲ ਦੇ ਕੇ ਨਾ, ਦ੍ਰਿਸ਼ਟਾਂਤ ਹਵਾਲੇ ਦੇ ਕੇ ਸਾਨੂੰ ਸਮਝਾ ਦੇਣਾ ਵੀ ਕਿਵੇਂ ਧਿਆਨ ਲਾਉਣਾ। ਜਿਵੇਂ ਅਣਜਾਣ ਬੰਦਾ ਗੱਡੀ ਚਲਾਉਣ ਸਮੇਂ ਧਿਆਨ ਬਿਲਕੁਲ ਪੂਰੇ ਦਾ ਪੂਰਾ ਧਿਆਨ ਆਪਣਾ ਗੱਡੀ ਦੇ ਵਿੱਚ ਰੱਖਦਾ, ਪੂਰਾ ਧਿਆਨ। ਬਸ ਇਹ ਜਾਂਚ ਕਿੱਥੋਂ ਮਿਲਦੀ ਹੈ? ਗੁਰੂ ਕੋਲੋਂ। ਤਾਈਓ ਗੁਰੂ ਸਾਹਿਬ ਨੇ ਕਿਹਾ ਗਾ, ਗਿਆਨ ਧਿਆਨ, ਗਿਆਨ ਵੀ ਧਿਆਨ ਵੀ। ਇਹ ਗੁਰੂ ਤੋਂ ਮੱਤ ਮਿਲਦੀ ਆ। ਕਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਗਿਆਨ ਗੁਰੂ ਕੋਲੋਂ ਲੈਣਾ ਤੇ ਧਿਆਨ ਕਿਵੇਂ ਟਿਕਾਉਣਾ, ਇਹ ਸਿੱਖਿਆ ਵੀ ਸਾਨੂੰ ਗਿਆਨ ਚੋਂ, ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ। ਗਿਆਨ ਧਿਆਨ ਸਭ ਗੁਰ ਤੇ ਹੋਈ, ਜਾਣੀ ਕਿ ਗੁਰੂ ਸਾਡਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆ, ਤੇ ਗੁਰੂ ਗ੍ਰੰਥ ਸਾਹਿਬ ਕੋਲੋਂ ਸਾਨੂੰ ਇਹ ਭਾਈ ਦਾਤ ਮਿਲ ਜਾਂਦੀ ਹੈ। ਤੇ ਸੱਚ ਜਾਣਿਓ, ਬਾਬੇ ਨਾਨਕ ਨੇ, ਜਦੋਂ ਆਪਾਂ ਉਹਨਾਂ ਦੀ ਪੂਰੀ ਜੀਵਨੀ ਪੜ੍ਹਦੇ ਆ ਨਾ, ਪੂਰੀ ਜੀਵਨੀ ਪੜ੍ਹਨ ਤੋਂ ਬਾਅਦ ਸਾਨੂੰ ਨਿਚੋੜ ਕੀ ਮਿਲਦਾ ਵੀ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਕੀ ਸੀ। ਉਹਨਾਂ ਦਾ ਦੁਨੀਆ ਦੇ ਵਿੱਚ ਘਰ ਘਰ ਜਾਣ ਦਾ, ਹਿੰਮਤ ਕਰਨ ਦਾ, ਇਹ ਉਪਰਾਲਾ ਕਰਨ ਦਾ ਉਹਨਾਂ ਦਾ ਮਤਲਬ ਕੀ ਸੀਗਾ। ਮਤਲਬ ਕੋਈ ਨਾ ਕੋਈ ਤਾਂ ਹੁੰਦਾ ਨਾ। ਤਾਂ ਜਦੋਂ ਮਤਲਬ ਲੱਭਦੇ ਆ ਨਾ, ਤਾਂ ਮਤਲਬ ਉਹਨਾਂ ਦਾ ਮਿਸ਼ਨ ਇੱਕ ਮਿਲ ਜਾਂਦਾ, ਲੱਭ ਜਾਂਦਾ। ਕਿਹੜਾ? ਗੁਰੂ ਨਾਨਕ ਸਾਹਿਬ ਦੇ ਅੰਦਰ ਇੱਕ ਤਾਂਘ ਸੀ, ਲੋਕਾਂ ਦੇ ਖਿੰਡੇ ਹੋਏ ਧਿਆਨ ਨੂੰ ਇਕੱਠਾ ਕੀਤਾ ਜਾਵੇ। ਇਹ ਰੁਲਦੇ ਫਿਰਦੇ ਆ। ਸਾਡਾ ਧਿਆਨ ਖਿੰਡ ਗਿਆ, ਬਸ ਗੜਬੜ ਹੋ ਜੂ ਨਾਲ ਦੀ ਨਾਲ। ਕੋਈ ਟੇਲਰ ਮਾਸਟਰ ਆ ਨਾ, ਧਿਆਨ ਸਲਾਈ ਚੋਂ ਨਿਕਲ ਗਿਆ, ਬਸ ਗੜਬੜ ਹੋ ਜੂ। ਕਟਿੰਗ ਕਰਨ ਵੇਲੇ ਧਿਆਨ ਨਿਕਲ ਗਿਆ, ਗਲਤ ਕੱਪੜੇ ਕੱਟ ਲੂ। ਕਿਸੇ ਵੀ ਕੰਮ ਚ ਲਾ ਲਓ, ਧਿਆਨ ਦੀ ਗੱਲ ਆ। ਬਾਬੇ ਨਾਨਕ ਨੇ ਜਦੋਂ ਦੇਖਿਆ ਨਾ, ਹੈ ਕਰਦੀ ਫਿਰੈ ਲੁਕਾਈ। ਹੁਣ ਹੈ ਕੌਣ ਕਰਦਾ? ਰੋਂਦਾ ਕੌਣ ਆ? ਜਿਹੜਾ ਗਲਤ ਕੰਮ ਕਰ ਲਵੇ। ਤੇ ਗਲਤ ਕੰਮ ਕੌਣ ਕਰਦਾ? ਜਿਹਦਾ ਧਿਆਨ ਭਟਕ ਜੇ। ਤੇ ਜਿਹਦਾ ਧਿਆਨ ਭਟਕ ਗਿਆ, ਧਿਆਨ ਭਟਕੇ ਹੋਏ ਨੂੰ ਬਾਬਾ ਨਾਨਕ ਇਕੱਠਾ ਕਰਨ ਤੁਰਿਆ ਸੀ। ਉਹਨੂੰ ਤਰਸ ਆਇਆ ਲੋਕਾਂ ਤੇ। ਤਾਈਓ ਬਾਬੇ ਨਾਨਕ ਨੂੰ ਆਪਾਂ ਧਰਮੀ ਕਹਿੰਦੇ ਆ, ਕਿਉਂਕਿ ਜਿਹਦੇ ਅੰਦਰ ਤਰਸ ਆ ਨਾ, ਤਰਸ ਦਾ ਧਾਰਨੀ ਮਨੁੱਖ ਹੀ ਧਰਮੀ ਬਣ ਸਕਦਾ। ਜਿਹਦੇ ਅੰਦਰ ਤਰਸ ਨਹੀਂ ਹੈ, ਦਇਆ ਨਹੀਂ ਹੈ, ਉਹ ਕਦੇ ਵੀ ਧਰਮੀ ਨਹੀਂ ਬਣ ਸਕਦਾ। ਫਿਰ ਬਾਬੇ ਨਾਨਕ ਨੇ ਨਾ ਤਰਸ ਖਾ ਕੇ ਦੁਨੀਆ ਤੇ, ਦੁਨੀਆ ਦੇ ਖਿੰਡੇ ਹੋਏ ਧਿਆਨ ਨੂੰ ਤੇ ਭਟਕੇ ਹੋਇਆਂ ਨੂੰ, ਜਾਣੀ ਕਿ ਉਹਨਾਂ ਕੋਲੇ ਗਿਆਨ ਵੀ ਨਹੀਂ ਹੈ। ਜੇ ਗਿਆਨ ਸੀਗਾ ਤਾਂ ਸਵਾਰਥੀ, ਲੋੜ ਪੂਰਤੀ ਗਿਆਨ ਸੀ, ਤੇ ਸੁਚੱਜਾ ਗਿਆਨ ਦੇਣ ਦੇ ਲਈ ਘਰ ਘਰ ਜਾਣਾ ਸ਼ੁਰੂ ਕੀਤਾ ਸੀ। ਉਹਨਾਂ ਦੇ ਮਨ ਦੀ ਤਾਂਘ, ਉਹਨਾਂ ਦੇ ਦਿਲ ਦੀ ਤਾਂਘ ਆ ਸੀ। ਤੇ ਜੋ ਗੁਰੂ ਨਾਨਕ ਸਾਹਿਬ ਆਪਣੀ ਜੀਵਨ ਜੀ ਵਿੱਚ ਕੀਤਾ ਗਾ ਨਾ, ਤੇ ਉਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖ ਕੇ ਆਉਣ ਵਾਲੇ ਟਾਈਮ ਦੇ ਵਿੱਚ ਦੇ ਦਿੱਤਾ। ਇਹ ਕੰਮ ਪੁੱਤ ਤੂੰ ਵੀ ਕਰੀ। ਗਿਆਨ ਧਿਆਨ ਸਭ ਗੁਰ ਤੇ ਹੋਈ। ਗੁਰੂ ਕੋਲੋਂ ਇਹ ਭਾਈ ਦਾਤ ਸਾਨੂੰ ਪ੍ਰਾਪਤ ਹੁੰਦੀ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਜੇ ਕੋਈ ਅਸਲੀ ਗਿਆਨ ਤੋਂ ਖੁੰਝ ਜਾਵੇ ਤੇ ਧਿਆਨ ਭਟਕ ਜਾਵੇ। ਦੇਖੋ, ਇਹ ਗੱਲ ਨਹੀਂ ਵੀ ਜਿੰਨੇ ਆਪਾਂ ਇੱਥੇ ਗੁਰੂ ਕੋਲੇ ਪਹੁੰਚੇ ਸਾਰਿਆਂ ਨੂੰ ਗਿਆਨ ਮਿਲ ਜੂ। ਮਿਲਦਾ ਜ਼ਰੂਰ ਆ, ਪਰ ਬਹੁਤੇ ਗਿਆਨ ਪ੍ਰਾਪਤ ਕਰਕੇ ਵੀ ਅਗਿਆਨੀ ਬਣ ਜਾਂਦੇ ਨੇ। ਗਿਆਨ ਤਾਂ ਮਿਲ ਗਿਆ, ਪਰ ਫਿਰ ਵੀ ਅਗਿਆਨੀ। ਧਿਆਨ ਟਿਕਾਉਣ ਦਾ ਤਰੀਕਾ ਤਾਂ ਮਿਲ ਗਿਆ, ਪਰ ਫਿਰ ਵੀ ਫੇਲ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ, ਗੁਰੂ ਪਾਤਸ਼ਾਹ ਜੀ ਕਹਿੰਦੇ ਅਸਲ ਦੇ ਵਿੱਚ ਨਾ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਤੋਂ ਉਹ ਸੋਝੀ, ਉਹ ਮੱਤ ਪ੍ਰਾਪਤ ਨਹੀਂ ਕੀਤੀ, ਜਿਹੜੀ ਮੱਤ ਕਰਕੇ ਗਿਆਨ ਧਿਆਨ ਦੀ ਦਾਤ ਲੈ ਕੇ
ਆਪਣੇ ਜੀਵਨ 'ਚ ਨਿਮਰਤਾ ਪੈਦਾ ਕਰਨੀ ਸੀ, ਉਹ ਦਾਤ ਲੈਣੀ ਭੁੱਲ ਗਏ, ਨਿਮਰਤਾ ਵਾਲੀ। ਦਾਤ ਤਾਂ ਮਿਲੀ ਆ ਪਰ ਹੰਕਾਰ ਹੋ ਗਿਆ। ਫਿਰ ਜਦੋਂ ਹੰਕਾਰ 'ਚ ਵਗ ਗਏ ਫਿਰ ਹਾਲ ਕੀ ਹੁੰਦਾ, ਅਗਲੀ ਤੁਕ ਵਿੱਚ ਬਾਬਾ ਨਾਨਕ ਬਿਆਨ ਕਰਦਾ, ਕਹਿੰਦੇ ਨਾ ਕਥ ਕਥ ਬਾਦ ਕਰੇ ਸਭ, ਵਾਹਿਗੁਰੂ ਕਰ ਕਰ, ਜੋ ਆਪਣੇ ਵੱਲੋਂ ਬਾਦ ਵਿਵਾਦ ਵਿੱਚ ਪੈ ਗਏ, ਬਾਦ ਵਿਵਾਦ ਵਿੱਚ ਪੈ ਗਏ ਨਾ, ਫਿਰ ਪਾਸ਼ੇ ਕਹਿੰਦੇ ਕਥ ਕਥ ਬਾਦ ਕਰੇ ਦੁੱਖ ਹੋਈ। ਕਹਿੰਦੇ ਉਹ ਆਪਣੇ ਕੋਲੇ ਗਿਆਨ ਤਾਂ ਲੈ ਗਿਆ, ਕਾਫੀ ਗਿਆਨ ਲੈ ਗਿਆ, ਪਰ ਉਹ ਉਲਝ ਗਿਆ ਬਹਿਸ ਦੇ ਵਿੱਚ। ਮਤਲਬ ਕਿ ਜਿਹਨੂੰ ਆਪਾਂ ਕਹਿ ਦਈਏ ਚਰਚਾ ਦੇ ਵਿੱਚ ਉਲਝ ਗਿਆ। ਚਰਚਾ ਕਰਨੀ ਕੋਈ ਮਾੜੀ ਨਹੀਂ, ਪਰ ਚਰਚਾ ਦਾ ਕੋਈ ਮਿਸ਼ਨ ਹੋਵੇ। ਬਹਿਸ ਕਰਨੀ ਕੋਈ ਮਾੜੀ ਨਹੀਂ ਹੈ, ਪਰ ਬਾਬਾ ਨਾਨਕ ਕਹਿੰਦਾ ਉਹਦਾ ਸੁਭਾਅ ਨਾ ਬੈਂਸੀ ਬਣ ਗਿਆ, ਕਥ ਕਥ। ਫਿਰ ਕੀ ਕਿਹਾ ਪਾਤਸ਼ਾਹ, ਕਹਿੰਦੇ ਬਾਦ, ਬਾਦ ਤੋਂ ਭਾਦ ਬਖੇੜਾ, ਕਲੇਸ਼। ਕਹਿੰਦੇ ਨਿਕਲਿਆ ਕੀ ਹੈ ਫਿਰ, ਕਹਿੰਦੇ ਕਲੇਸ਼ੀ ਬਣ ਗਿਆ ਉਹ। ਤੇ ਜਿਵੇਂ ਆਪਾਂ ਕੱਲ ਸੁਣਿਆ ਸੀ ਨਾ ਵੀ ਦੀਵੇ ਆਪਸ ਵਿੱਚ ਲੜਦੇ ਨੇ, ਦੀਵਿਆਂ ਨੂੰ ਲੜਨਾ ਨਹੀਂ ਚਾਹੀਦਾ। ਦੀਵੇ ਅਸਲ ਦੇ ਵਿੱਚ ਦੁਨੀਆ ਨੂੰ ਚਾਨਣ ਦਿੰਦੇ ਨੇ, ਤੇ ਚਾਨਣ ਦੇਣ ਵਾਲਿਆਂ ਨੂੰ, ਜਾਣੀ ਕਿ ਪ੍ਰਕਾਸ਼ ਕਰਨ ਵਾਲਿਆਂ ਨੂੰ ਲੜਨ ਦੀ ਇਜਾਜ਼ਤ ਨਹੀਂ ਹੈ। ਜੇ ਉਹ ਲੜਦੇ ਨੇ ਤਾਂ ਫਿਰ ਮੰਨਾਂਗੇ ਇੱਥੇ ਦੁਨੀਆ ਦੇ ਵਿੱਚ ਗਿਆਨ ਦੇਣ ਵਾਲੇ ਅਗਿਆਨੀ ਨੇ। ਅਸਲ ਦੇ ਵਿੱਚ ਨਾ ਤਾਂ ਦੀਵਾ ਲੜੇ, ਨਾ ਬੱਤੀ ਲੜੇ, ਨਾ ਤੇਲ ਲੜੇ। ਉਹ ਆਪਾਂ ਕੱਲ ਸਾਰਾ ਸੁਣ ਲਿਆ, ਪਰ ਉਹ ਇੱਕ ਹਵਾਲਾ ਸੀ, ਇੱਕ ਦ੍ਰਿਸ਼ਟਾਂਤ ਸੀ ਵੀ ਦੁਨੀਆ ਦੇ ਵਿੱਚ ਪ੍ਰਚਾਰਕ ਲੋਕ ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦੇਤਾ, ਚਾਹੇ ਉਹ ਆਮ ਕਿਰਤੀ ਬੰਦੇ ਨੇ, ਕੋਈ ਡਿਊਟੀ ਕਰਨ ਵਾਲੇ ਨੇ, ਚਾਹੇ ਉਹ ਘਰ ਦੇ ਵਿੱਚ ਕੰਮ ਕਰਨ ਵਾਲੇ ਨੇ, ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹ ਲੜਦੇ ਨਹੀਂ ਹੁੰਦੇ। ਲੜਨ ਤੋਂ ਭਾਵ ਬਹਿਸ ਨਹੀਂ ਕਰਦੇ ਬਿਨਾਂ ਵਜ੍ਹਾ ਤੋਂ। ਹੁਣ ਪਾਤਸ਼ਾਹ ਜੀ ਕਹਿੰਦੇ ਨਾ, ਕਹਿੰਦੇ ਫਿਰ ਇੱਥੇ ਦੁਨੀਆ ਦੇ ਵਿੱਚ ਤਾਂ ਦੀਵੇ ਲੜੀ ਜਾਂਦੇ ਆ ਭਾਈ। ਮਤਲਬ ਕਿ ਜਾਣੀ ਕਿ ਜਿਨ੍ਹਾਂ ਨੂੰ ਗਿਆਨ ਦੀ ਦਾਤ ਮਿਲੀ ਸੀ ਨਾ, ਗਿਆਨੀ ਬੰਦੇ ਲੜੀ ਜਾਂਦੇ ਨੇ। ਕਥ ਕਥ ਬਾਦ, ਪਾਤਸ਼ਾਹ ਜੀ ਕਹਿੰਦੇ ਬਖੇੜਾ ਖੜਾ ਕਰ ਲਿਆ, ਕਲੇਸ਼ ਖੜਾ ਕਰ ਲਿਆ, ਕਰੇ ਦੁੱਖ ਹੋਈ। ਤੇ ਜਦੋਂ ਕਲੇਸ਼ ਖੜਾ ਹੋ ਗਿਆ ਫਿਰ ਦੁੱਖਾਂ ਦੀ ਕਹਾਣੀ ਸ਼ੁਰੂ ਹੋ ਗਈ। ਗਿਆਨ ਤੇ ਧਿਆਨ ਦੀ ਦਾਤ ਲੈ ਕੇ ਹੋਣਾ ਤਾਂ ਸੀ ਸੁਖੀ, ਪਰ ਹੋ ਗਿਆ ਦੁਖੀ। ਦੁਖੀ ਹੋ ਗਿਆ ਨਾ, ਬਖੇੜਾ ਖੜਾ ਹੋ ਗਿਆ। ਇਵੇਂ ਜਿਵੇਂ ਗੁਰੂ ਨਾਨਕ ਸਾਹਿਬ ਦੇ ਜੀਵਨ 'ਚ ਇੱਕ ਨਹੀਂ ਬੜੀਆਂ ਉਦਾਹਰਨਾਂ ਨੇ ਬਖੇੜੇ ਦੀਆਂ, ਉਹ ਆਪਾਂ ਬਾਅਦ ਜਾ ਕੇ ਪੁੱਛਾਂਗੇ ਪਾਤਸ਼ਾਹ ਨੂੰ। ਫਿਰ ਪਾਤਸ਼ਾਹ ਕਹਿੰਦੇ ਨੇ ਕਥ ਕਹਿਣਾ ਤੇ ਰਹਿ ਨਾ ਕੋਈ, ਕਥ ਬੋਲਣ ਤੇ, ਕਹਿਣਾ ਤੇ ਰਹਿ ਨਾ ਕੋਈ। ਗੁਰੂ ਪਾਤਸ਼ਾਹ ਜੀ ਕਹਿੰਦੇ ਜਾਂ ਫਿਰ ਤੂੰ ਆਪਣੀ ਕਹੀ ਹੋਈ ਗੱਲ ਤੇ ਰਹਿ। ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਆ ਵੀ ਜਾਂ ਤਾਂ ਗੱਲ ਕਹਿ ਨਾ, ਜੇ ਕਹੀ ਆ ਤਾਂ ਉਹ ਤੇ ਖਰਾ ਉਤਰ, ਵੀ ਜਾਣੀ ਕਿ ਨਾ ਗੱਲ ਕਹਿ ਕੇ ਮੁੱਕਰ ਨਾ। ਤੇ ਬਹੁ ਗਿਣਤੀ ਉਹ ਦੁਨੀਆ ਦੇ ਲੋਕਾਂ ਦੀ ਆ ਜਿਹੜੇ ਗੱਲ ਕਹਿ ਕੇ ਮੁੱਕਰ ਜਾਂਦੇ ਨੇ। ਇੱਥੇ ਬਾਬੇ ਨਾਨਕ ਨੇ ਵਰਜਿਆ ਨਾ, ਇਹ ਨਾ ਕੰਮ ਕਰ। ਅਸਲ ਦੇ ਵਿੱਚ ਨਾ ਗੁਰੂ ਨਾਨਕ ਸਾਹਿਬ ਦੀ ਨਿਗਾਹ ਦੇ ਵਿੱਚ ਉਹ ਕੱਚਾ ਇਨਸਾਨ ਹੁੰਦਾ ਜਿਹੜਾ ਗੱਲ ਕਰਕੇ ਕਹਿ ਕੇ ਮੁੱਕਰ ਜਾਵੇ। ਬਚਨ ਕਰੇ ਤਾਂ ਖਿਸਕ ਜਾਏ ਸੋਈ ਨਰ ਕੱਚਾ। ਇਹ ਤੁਕ ਤੁਹਾਡੇ ਸਾਰਿਆਂ ਦੇ ਯਾਦ ਆ ਗਈ ਵੀ ਬਚਨ ਕਰਕੇ, ਗੱਲ ਕਰਕੇ ਮੁੱਕਰ ਜਾਣਾ। ਤਾਂ ਪਾਤਸ਼ਾਹ ਜੀ ਕਹਿੰਦੇ ਇੱਥੇ ਤਾਂ ਫਿਰ ਕੀ ਹੈ, ਕਹਿੰਦੇ ਜਿਹੜਾ ਮਨਮੁਖ ਆ ਨਾ, ਕਹਿੰਦੇ ਉਹ ਤਾਂ ਭਾਈ ਆਪਣੀ ਜ਼ਿੰਦਗੀ ਦੇ ਵਿੱਚ ਗੱਲਾਂ ਕਰ ਕਰਕੇ ਨਾ ਬਾਅਦ ਵਿੱਚ ਬਦਲ ਜਾਂਦਾ, ਮੁੱਕਰ ਜਾਂਦਾ ਗਾ। ਤੇ ਜਿਹੜਾ ਮੁੱਕਰਨ ਵਾਲਾ ਸੁਭਾਅ ਆ, ਸ਼ਾਇਦ ਇਹ ਸਾਡਾ, ਇਉਂ ਕਹਿ ਲਈਏ ਬਿਰਲਿਆਂ ਨੂੰ ਛੱਡ ਕੇ ਸਾਰਿਆਂ ਦੀ ਆ। ਤੇ ਇਸ ਸੁਭਾਅ ਤੋਂ, ਇਸ ਆਦਤ ਤੋਂ ਆਪਾਂ ਬਚੀਏ। ਸੰਦੇਸ਼ ਤਾਂ ਇਹੀ ਮਿਲ ਗਿਆ ਨਾ, ਬਾਣੀ ਪੜ੍ਹਨ ਦਾ, ਸੁਣਨ ਦਾ ਫਾਇਦਾ, ਸਿੱਖਿਆ ਲੈਣੀ। ਸਿੱਖਿਆ ਕੀ ਮਿਲ ਗਈ ਵੀ ਅਸੀਂ ਇਸ ਗੱਲ ਤੋਂ ਬਚਣਾ ਹੈ। ਬਿਨ ਰਸ ਰਾਤੇ ਮੁਕਤ ਨਾ ਹੋਈ। ਗੁਰੂ ਪਾਤਸ਼ਾਹ ਜੀ ਕਹਿੰਦੇ ਗੁਰਬਾਣੀ ਦਾ ਗਿਆਨ ਰੂਪੀ ਰਸ ਪ੍ਰਾਪਤ ਕਰਨ ਤੋਂ ਬਿਨਾਂ ਮੁਕਤ ਹੋਣਾ ਮੁਸ਼ਕਲ ਹੈ। ਜਿੰਨਾ ਟਾਈਮ ਗੁਰੂ ਦੇ ਗਿਆਨ ਦਾ, ਗਿਆਨ ਰੂਪੀ ਰਸ ਦਾ ਆਪਾਂ ਆਪਣੀ ਜ਼ਿੰਦਗੀ 'ਚ ਇਸਤੇਮਾਲ ਨਹੀਂ ਕਰਦੇ ਤਾਂ ਉਨਾ ਟਾਈਮ ਅਸੀਂ ਮੁਕਤ ਨਹੀਂ ਹੋ ਸਕਦੇ। ਉਹ ਜਿੰਨਾ ਟਾਈਮ ਆਪ ਮਰਜ਼ੀ ਲੰਬਾ ਲੰਘਾ ਲਓ।
ਭਾਵੇਂ ਥੋੜਾ ਵਕਤ ਆ ਤੇ ਭਾਵੇਂ ਬਹੁਤਾ ਵਕਤ, ਉਹ ਮਰਜ਼ੀ ਸਾਡੀ ਆ, ਆਪਣਾ ਸੁਭਾਅ। ਪਰ ਗੁਰੂ ਦੇ ਨਾਮ ਰੂਪੀ ਗਿਆਨ ਰੂਪੀ ਰਸ ਤੋਂ ਬਿਨਾ ਜ਼ਿੰਦਗੀ ਸੁਰਖਰੂ ਨਹੀਂ ਹੋਊਗੀ, ਮਤਲਬ ਮੁਕਤ ਨਹੀਂ ਹੋ ਸਕਦੀ ਗੀ। ਤਾਈਓ ਪਾਤਸ਼ਾਹ ਨੇ ਪਹਿਲੇ ਬੰਦ ਦੀ ਲਾਸਟ ਤੁਕ ਵਿੱਚ ਜ਼ਿਕਰ ਕੀਤਾ, ਕਹਿੰਦੇ ਬਿਨ ਰਸ ਰਾਤੇ, ਰਸ ਗੁਰਬਾਣੀ ਵਿਚਾਰ, ਰਾਤੇ ਗੁਰਬਾਣੀ ਵਿਚਾਰ ਵਿੱਚ ਰਤਣ ਤੋਂ ਬਿਨਾ, ਜਾਣੀ ਕਿ ਉਹਦੇ ਵਿੱਚ ਮਿਕਸ ਹੋਣ ਤੋਂ ਬਿਨਾ, ਬਿਨ ਰਸ ਰਾਤੇ ਮੁਕਤ ਨਾ ਹੋਈ। ਮੁਕਤ ਤੋਂ ਭਾਵ ਕੀ ਹੁੰਦਾ? ਕਿਸੇ ਬਿਮਾਰੀ ਤੋਂ ਖਹਿੜਾ ਛਡਵਾ ਲੈਣਾ। ਮੰਨ ਲਓ ਸਾਨੂੰ ਬੁਰਾ ਬੋਲਣ ਦੀ ਆਦਤ ਆ, ਖਹਿੜਾ ਛੁੱਟ ਗਿਆ, ਸ਼ਾਬਾਸ਼ ਏ ਗੁਰੂ ਦਾ ਜਿਹਨੇ ਸਾਨੂੰ ਮੰਦਾ ਬੋਲਣ ਤੋਂ ਹਟਾ ਲਿਆ। ਮੰਦਾ ਬੋਲਣ ਤੋਂ ਵੰਨਤਾ, ਰੋਕਤਾ। ਮਾੜਾ ਸੁਣਨ ਦੀ ਆਦਤ ਸੀ, ਬਸ ਉਹ ਤੁਸੀਂ ਸਾਰਾ ਜਾਣਦੇ ਹੋਗੇ। ਮਾੜਾ ਖਾਣ ਦੀ ਆਦਤ ਸੀ, ਰੁਕ ਗਏ। ਕਿੰਨਾ ਫਰਕ ਪੈ ਗਿਆ, ਦੁਨੀਆ ਦਾ ਫਰਕ ਪਿਆ ਨਾ। ਕਿੰਨੇ ਸਿਆਣੇ ਹੋ ਗਏ, ਬਹੁਤੇ ਦੇਖੋ, ਬਹੁਤਿਆਂ ਨੂੰ ਛੱਡ ਕੇ ਨਾ ਕਾਫੀ ਗਿਆਨ ਆ ਦੁਨੀਆ ਦੇ ਵਿੱਚ, ਬਹੁਤ ਇਹਨਾਂ ਗੱਲਾਂ ਦਾ ਅਮਲ ਹੋ ਗਿਆ। ਸੋ ਵਾਹਿਗੁਰੂ ਕਿਰਪਾ ਕਰੇ। ਇਸੇ ਨੂੰ ਮੁਕਤ ਕਿਹਾ ਜਾਂਦਾ ਹੈਗਾ, ਜਾਣੀ ਕਿ ਗੁਰੂ ਤੋਂ ਗਿਆਨ ਲੈ ਕੇ ਜਿਹੜਾ ਕੰਮ ਆਪਾਂ ਕਰ ਰਹੇ ਹਾਂ ਉਹਦੇ ਵਿੱਚ ਨਫਾ ਨੁਕਸਾਨ ਕੀ ਹੈ ਤੇ ਉਸ ਗੱਲ ਤੋਂ ਬਚ ਜਾਣਾ ਮੁਕਤੀ ਦੀ ਨਿਸ਼ਾਨੀ ਆ। ਫਿਰ ਅੱਗੇ ਗੁਰੂ ਸਾਹਿਬ ਜ਼ਿਕਰ ਕਰਦੇ ਨੇ, ਕਹਿੰਦੇ ਗਿਆਨ ਧਿਆਨ, ਕਹਿੰਦੇ ਜਿਹੜਾ ਗਿਆਨ ਆ ਧਿਆਨ ਆ ਸਭ ਗੁਰ ਤੇ ਹੋਈ। ਜਿੱਥੋਂ ਆਪਾਂ ਗੱਲ ਆਰੰਭ ਕੀਤੀ ਹੈ, ਗੁਰੂ ਤੋਂ ਇਹ ਮੱਤ ਸਾਨੂੰ ਮਿਲ ਜਾਂਦੀ ਹੈ। ਮਨ ਮਾਇਆ ਬੰਧਿਓ ਸਰਜਾਲ, ਘਟ ਘਟ ਵਿਆਪ ਰਹਿਓ ਬਿਖ ਨਾਲ। ਫਿਰ ਪਾਤਸ਼ਾਹ ਜੀ ਅਗਲੀ ਸਤਰ ਵਿੱਚ, ਅਗਲੀ ਤੁਕ ਵਿੱਚ ਜ਼ਿਕਰ ਕਰਦੇ ਨੇ, ਕਹਿੰਦੇ ਮਨ ਮਾਇਆ ਬੰਧਿਓ ਜਮ ਜਾਲ। ਤੇ ਕਈ ਵਾਰ ਨਾ ਬੰਦਾ ਮਨ ਮਾਇਆ, ਇੱਥੇ ਮਨ ਨੂੰ ਗੁਰੂ ਸਾਹਿਬ ਨੇ ਮਾਇਆ ਕਿਹਾ। ਬੜੇ ਆਪਾਂ ਸੂਝਵਾਨ ਸਿਆਣੇ ਆ, ਦਾਨੇ ਪੁਰਖ ਬੈਠੇ ਆ, ਵੀ ਜਦੋਂ ਗੱਲ ਮਾਇਆ ਦੀ ਆਉਂਦੀ ਹੈ ਨਾ, ਕਈ ਵਾਰ ਸਾਡੀ ਸੁਰਤ ਦੇ ਅੰਦਰ ਇੱਕ ਖਿਆਲ ਬਣ ਜਾਂਦਾ ਵੀ ਸ਼ਾਇਦ ਇਹ ਦੁਨਿਆਵੀ ਮਾਇਆ ਦੀ ਗੱਲ ਆ। ਪਰ ਤੁਸੀਂ ਤਾਂ ਬੜੇ ਸਿਆਣੇ ਸੂਝਵਾਨ ਹੋ, ਤੁਹਾਨੂੰ ਪਤਾ ਵੀ ਮਾਇਆ ਗੁਰੂ ਸਾਹਿਬ ਨੇ ਕਾਸ ਨੂੰ ਕਿਹਾ, ਜਿਹੜੀ ਵਸਤੂ ਜਿਹੜੀ ਚੀਜ਼ ਸਾਨੂੰ ਪਰਮੇਸ਼ਰ ਮਾਲਕ ਪਰਮਾਤਮਾ ਨਾਲੋਂ ਤੋੜ ਦੇਵੇ ਉਹ ਮਾਇਆ। ਬਸ ਕੁਛ ਵੀ ਹੋ ਸਕਦਾ ਉਹ। ਤਾਂ ਇੱਥੇ ਗੁਰੂ ਸਾਹਿਬ ਨੇ ਕਿਹਾ ਮਨ ਮਾਇਆ। ਤੇ ਕਈ ਵਾਰ ਤਾਂ ਸਾਨੂੰ ਮਨ ਹੀ ਗੁਰੂ ਨੂੰ ਤੋੜ ਦਿੰਦਾ ਗਾ, ਮਨ ਤੋੜਦਾ ਨਾ। ਮੰਨ ਲਓ ਸ਼ਾਮ ਦੇ ਵਕਤ ਦੋ ਸੱਜਣਾ ਨੇ ਰਾਏ ਕਰ ਲਈ ਵੀ ਆਪਾਂ ਨਾ ਇੱਕ ਕੰਮ ਕਰੀਏ ਯਾਰ, ਪ੍ਰਣ ਕਰੀਏ, ਰੋਜ਼ਾਨਾ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾਇਆ ਕਰਾਂਗੇ। ਤੇ ਤੜਕੇ ਮਨ ਨੇ ਕੀ ਕਿਹਾ, ਰਹਿਣ ਦੇ, ਕਿੱਥੇ ਜਾਏਗਾ, ਉੱਠਣਾ ਔਖਾ ਗਾ, ਕਿੰਨੀ ਸੋਹਣੀ ਨੀਂਦ ਆ, ਛੱਡੇਗਾ, ਨਹਾਵੇਂਗਾ, ਜਾਵੇਂਗਾ, ਲੋਟ ਨਹੀਂ ਆਉਣਾ। ਤੇ ਹੁਣ ਮਾਇਆ ਕਿਸ ਰੂਪ ਦੇ ਵਿੱਚ ਪ੍ਰਭਾਵ ਪਾ ਗਈ? ਮਨ ਦੇ ਰੂਪ ਵਿੱਚ ਮਾਇਆ ਨੇ ਸਾਨੂੰ ਗੁਰੂ ਤੱਕ, ਮਨ ਰੂਪੀ ਮਾਇਆ ਨੇ ਗੁਰੂ ਤੱਕ ਅੱਪੜ ਨਹੀਂ ਦਿੱਤਾ ਸਾਨੂੰ। ਬੁੱਝੋ ਭਲਾ ਹੁਣ ਮਾਇਆ ਕੌਣ ਆ? ਤੇ ਜੇ ਗੁਰੂ ਪਾਤਸ਼ਾਹ ਤੋਂ ਆਪਾਂ ਸ਼ੁੱਧ ਗਿਆਨ ਲੈ ਲਈਏ ਤਾਂ ਇਸ ਗੱਲ ਦੀ ਸਾਨੂੰ ਸਮਝ ਆਊਗੀ ਵੀ ਹਾਂ ਗੁਰੂ ਸਾਹਿਬ ਕਿਸ ਚੀਜ਼ ਨੂੰ ਮਾਇਆ ਕਹਿੰਦੇ ਨੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਉ ਦੂਜਾ ਲਾਇਆ। ਮਨ ਮਾਇਆ। ਫਿਰ ਪਾਤਸ਼ਾਹ ਕਹਿੰਦੇ ਨੇ ਬੰਧਿਓ ਸਰ ਜਾਲ। ਕਈ ਵਾਰ ਮਾਇਆ ਸਾਨੂੰ ਨਾ ਇਹਨਾਂ ਚੱਕਰਾਂ ਦੇ ਵਿੱਚ ਬੰਨ੍ਹ ਲੈਂਦੀ ਹੈ। ਘਟ ਘਟ ਵਿਆਪ ਰਹਿਓ ਬਿਖ ਨਾਲ, ਜੋ ਆਂਜੈ ਸੋ ਦਿਸੈ ਕਾਲ, ਕਾਰਜ ਸਿੱਧੋ ਹਿਰਦੈ ਸੰਭਾਲ। ਕਹਿੰਦੇ ਜਦੋਂ ਤੂੰ ਗੁਰੂ ਦੇ ਗਿਆਨ ਅਧੀਨ ਹੋ ਗਿਆ ਤਾਂ ਉਹ ਮਾਲਕ ਨੇ ਐਸੀ ਬਖਸ਼ਿਸ਼, ਐਸੀ ਕਿਰਪਾ ਕਰਨੀ ਆ ਕਿ ਤੇਰੇ ਸਾਰੇ ਕਾਰਜ ਨਾ ਉਹਨੇ ਆਪ ਹੀ ਸਫਲ ਕਰ ਦੇਣੇ ਨੇ। ਆਪਾਂ ਪਿੱਛੇ ਸੁਣਿਆ ਨਾ, ਗਿਆਨ ਧਿਆਨ ਸਭ ਗੁਰ ਤੇ ਹੋਈ। ਹੁਣ ਜਦੋਂ ਗੁਰੂ ਕੋਲੇ ਆਵਾਂਗੇ ਤੇ ਗੁਰੂ ਨੇ ਸਾਨੂੰ ਇਹ ਸਿਆਣਪ ਦੇ ਦੇਣੀ ਆ। ਵੈਸੇ ਗੁਰੂ ਤਾਂ ਨਾ, ਗੁਰੂ ਕੋਲੇ ਕੋਈ ਵੀ ਆ ਜੇ, ਚਾਹੇ ਛੋਟਾ ਆਵੇ, ਚਾਹੇ ਵੱਡਾ ਆਵੇ, ਚਾਹੇ ਅਮੀਰ ਆਵੇ, ਚਾਹੇ ਗਰੀਬ ਆਵੇ, ਸਭ ਨੂੰ ਗੁਰੂ ਗਿਆਨ ਦੀ ਦਾਤ ਦਿੰਦਾ ਹੈਗਾ। ਬਾਬੇ ਨਾਨਕ ਦਾ ਸੁਭਾਅ ਤਾਂ ਬਹੁਤ ਜ਼ਿਆਦਾ ਵਧੀਆ। ਹੋ ਸਕਦਾ ਬਾਬੇ ਨਾਨਕ ਦੇ
ਜਿਹੜੇ ਸ਼ਾਗਿਰਦ ਨੇ, ਸਿੱਖ ਨੇ, ਵਿਦਿਆਰਥੀ ਨੇ, ਉਹਨਾਂ ਦਾ ਸੁਭਾਅ ਚੰਗਾ ਨਾ ਹੋਵੇ ਉਹ ਅਲੱਗ ਗੱਲ ਆ, ਪਰ ਬਾਬੇ ਨਾਨਕ ਦੇ ਸੁਭਾਅ 'ਚ ਤਾਂ ਨਾ ਬਿਲਕੁਲ ਹੀ ਕਮੀ ਨਹੀਂ ਹੈ। ਜੇ ਆਪਾਂ ਨਾ ਥੋੜ੍ਹੀ ਜਿਹੀ ਆਪਣੇ ਦਿਮਾਗ ਦੇ ਨਾਲ ਇਸ ਗੱਲ ਨੂੰ ਸੋਚੀਏ, ਫੀਲ ਕਰੀਏ ਵੀ ਆਪਾਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚੋਂ ਕਮੀਆਂ ਲੱਭਣੀਆਂ। ਗੁਣ ਤਾਂ ਦੇਖੋ ਗੁਰੂ ਨਾਨਕ ਸਾਹਿਬ ਦੇ ਜੀਵਨ 'ਚ ਹੈ ਹੀ ਹੈ ਨਾ, ਗੁਣਾਂ ਦੀ ਤਾਂ ਕੋਈ ਘਾਟ ਨਹੀਂ ਹੈ, ਪਰ ਜੇ ਆਪਾਂ ਸੋਚ ਲਈਏ ਵੀ ਆਪਾਂ ਕਮੀ ਲੱਭਣੀ ਆ ਗੁਰੂ ਨਾਨਕ ਸਾਹਿਬ ਦੇ ਜੀਵਨ 'ਚੋਂ ਨਾ, ਕਮੀ ਖਾਮੀ ਲੱਭਣੀ ਆ, ਸ਼ਾਇਦ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਗੁਰੂ ਨਾਨਕ ਸਾਹਿਬ ਦੇ ਜੀਵਨ 'ਚੋਂ ਕਮੀ ਨਹੀਂ ਮਿਲਣੀ, ਕੋਈ ਕਿਤੇ ਵੀ ਕਮੀ। ਗੁਰੂ ਨਾਨਕ ਸਾਹਿਬ ਦੇ ਜੀਵਨ 'ਚੋਂ ਕਮੀ ਤਾਂ ਕੀ ਮਿਲਣੀ ਆ, ਗੁਰੂ ਨਾਨਕ ਸਾਹਿਬ ਦੇ ਰੋਮ 'ਚੋਂ ਵੀ ਸਾਨੂੰ ਕਮੀ ਨਹੀਂ ਮਿਲਣੀ, ਕੋਈ ਰੋਮ 'ਚੋਂ। ਰੋਮ ਸਮਝਦੇ ਆ ਨਾ, ਤਨ ਤੇ ਪੁੰਗਰਿਆ ਹੋਇਆ ਬਾਲ, ਤਨ ਤੇ ਪੁੰਗਰੇ ਹੋਏ ਬਾਲ ਦੇ ਵਿੱਚੋਂ ਵੀ ਕੋਈ ਕਮੀ ਨਹੀਂ ਮਿਲਣੀ। ਇੰਨਾ ਵਧੀਆ ਜੀਵਨ ਹੈਗਾ। ਇਸੇ ਕਰਕੇ ਬਾਬੇ ਨਾਨਕ ਨੇ ਨਾ, ਜੋ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ, ਜੋ ਵੀ ਆਇਆ, ਆਉਣ ਤੋਂ ਭਾਵ ਚਾਹੇ ਕੋਈ ਗੁਰੂ ਨਾਨਕ ਸਾਹਿਬ ਕੋਲੇ ਚੱਲ ਕੇ ਗਿਆ ਤੇ ਚਾਹੇ ਗੁਰੂ ਨਾਨਕ ਸਾਹਿਬ ਅਗਲੇ ਕੋਲੇ ਚੱਲ ਕੇ ਗਿਆ, ਸਭ ਨੂੰ ਗਿਆਨ ਦੀ ਦਾਤ ਦਿੱਤੀ ਆ। ਇੱਕ ਗੱਲ ਹੋਰ ਧਿਆਨ 'ਚ ਰੱਖਿਓ, ਦੁਨੀਆ ਦੇ ਬਾਬਿਆਂ ਦਾ ਰਿਵਾਜ ਆ, ਇਹਨਾਂ ਦੀ ਰੀਤੀ ਆ। ਕਿਹੜੀ ਰੀਤੀ ਆ? ਜਦੋਂ ਇਹ ਆਪਣੇ ਡੇਰੇ ਚਲਾਉਂਦੇ ਆ ਨਾ, ਜਿਹੜਾ ਵੀ ਇਹਨਾਂ ਕੋਲੇ ਗਿਆ, ਕੋਈ ਵੀ ਗਿਆ, ਇਹਨਾਂ ਨੇ ਬੰਦੇ ਦੀ ਪੂਰੀ ਡਿਟੇਲ ਲੈਣੀ ਆ ਆਪਣੇ ਚੇਲਿਆਂ ਤੋਂ, ਵੀ ਜਿਹੜਾ ਆ ਰਿਹਾ ਗਾ ਉਹਦੇ ਬਾਰੇ ਸਾਨੂੰ ਦੱਸੋ ਪਹਿਲਾਂ, ਕੌਣ ਆ, ਕਿਵੇਂ ਆ। ਮੰਨ ਲਓ ਕੋਈ ਅਮੀਰ ਜਾ ਰਿਹਾ ਗਾ, ਚੇਲਿਆਂ ਨੇ ਡਿਟੇਲ ਦੇਤੀ, ਰਿਪੋਰਟ ਭੇਜਤੀ ਪਹਿਲਾਂ ਵੀ ਕਾਫੀ ਤਕੜਾ ਗਾ। ਚਾਹੀਦਾ ਕੀ ਇਹਨੂੰ ਚਾਹੀਦਾ ਕੁਛ ਨਹੀਂ, ਇਹਦੇ ਕੋਲ ਤਾਂ ਪਹਿਲਾਂ ਹੀ ਬਹੁਤ ਕੁਛ ਆ, ਇਹ ਤੋਂ ਲੈਣਾ ਹੀ ਆ ਆਪਾਂ ਤਾਂ। ਤੇ ਕਰਨਾ ਕੀ ਉਹਦੇ 'ਚ? ਇਹਨੂੰ ਅਸੀਸਾਂ ਦੇਣੀਆਂ, ਫੋਕੀਆਂ। ਇੱਕ ਤਾਂ ਅਸੀਸ ਬਾਬਾ ਨਾਨਕ ਦਿੰਦਾ ਨਾ, ਦੇਹੋ ਸੱਜਣ ਅਸੀਸੜੀਆਂ, ਤੇ ਬਾਬਾ ਨਾਨਕ ਅਸੀਸ ਕਿਹੜੀ ਦਿੰਦਾ ਗਾ? ਜਿਉਂ ਹੋਵੇ ਸਾਹਿਬ ਸਿਉਂ ਮੇਲ, ਤੇਰਾ ਰੱਬ ਨਾਲ ਮੇਲ ਹੋਵੇ। ਭਾਈ ਬਾਬੇ ਨਾਨਕ ਨੇ ਆਹ ਅਸੀਸ ਦਿੱਤੀ ਆ ਸਾਨੂੰ। ਤੇ ਇੱਕ ਕੋਈ ਪਖੰਡੀ ਅਸੀਸ ਦਿੰਦਾ ਗਾ, ਉਹ ਪਖੰਡੀ ਦਾ ਅਸੀਸ ਦੇਣ ਦਾ ਮਿਸ਼ਨ ਕੀ ਆ? ਸਿਰਫ ਤੇ ਸਿਰਫ ਸਾਨੂੰ ਲੁੱਟਣਾ। ਨੰਬਰ 2, ਆਪਾਂ ਛੋਟੀ ਜੀ ਗੱਲ ਹੀ ਕਰਨੀ ਆ, ਵੱਡੀ ਨਹੀਂ ਕਰਨੀ ਗੀ। ਨੰਬਰ 2 ਤੇ ਕੋਈ ਮੱਧ ਵਰਗ ਦਾ ਜਾਂ ਗਰੀਬ ਜਾ ਰਿਹਾ ਗਾ, ਹੁਣ ਬਾਬੇ ਕੋਲ ਡਿਟੇਲ ਪਹੁੰਚ ਗਈ, ਡਿਟੇਲ ਪਹੁੰਚ ਗਈ ਨਾ, ਦੁਖੀ ਬਹੁਤ ਆ ਜਿਹੜਾ ਤੇਰੇ ਕੋਲ ਆ ਰਿਹਾ। ਚਾਹੀਦਾ ਕੀ ਇਹਨੂੰ? ਇਹਦੇ ਕੋਲੇ ਘਰ ਹੈ ਨਹੀਂ, ਇਹਦੀ ਰਸੋਈ 'ਚ ਆਟਾ ਹੈ ਨਹੀਂ, ਇਹਦੇ ਕੋਲੇ ਕੱਪੜੇ ਹੈ ਨਹੀਂ ਗੇ, ਇਹਦੇ ਕੋਲੇ ਨਾ ਪੈਸਿਆਂ ਦੀ ਕਮੀ ਆ। ਪਹਿਲੇ ਕੋਲੇ ਤਾਂ ਸੀ, ਉਹਨੂੰ ਤਾਂ ਝੂਠੀਆਂ ਅਸੀਸਾਂ ਦੇ ਕੇ ਲੁੱਟ ਲਿਆ। ਤੇ ਜਿਹੜਾ ਦੂਜਾ ਆ, ਉਹ ਮੱਧ ਵਰਗ ਦਾ ਆਮ ਬੰਦਾ ਵਗ ਗਿਆ ਤੇ ਉਹਨੂੰ ਆਪਣੇ ਵੱਲੋਂ ਉਹੋ ਜਿਹਾ ਕੁਛ ਦੇਤਾ ਜਿਹੜਾ ਉਹਨੂੰ ਲੋੜੀਦਾ ਸੀ, ਤੇ ਬਾਬੇ ਦਾ ਡੇਰਾ ਦਿਨਾਂ 'ਚ ਹੀ ਖੜਾ ਹੋ ਗਿਆ। ਇਹ ਤਰੀਕਾ ਹੁੰਦਾ ਗਾ। ਭਾਵੇਂ ਜਿਹੜੇ ਮਰਜ਼ੀ ਡੇਰੇ ਦੀ ਇਨਕੁਆਰੀ ਕਰ ਲਓ, ਤੁਹਾਡੇ ਇਰਦ ਗਿਰਦ ਆਸੇ ਪਾਸੇ ਪਿੰਡਾਂ 'ਚ ਬੜੇ ਨੇ, ਜਿੱਥੇ ਮਰਜ਼ੀ ਨਿਗਾਹ ਮਾਰ ਕੇ ਵੇਖ ਲਓ, ਇਹਨਾਂ ਦੀਆਂ ਇੱਦਾਂ ਦੀਆਂ ਰੀਤੀਆਂ ਬਣਾਈਆਂ ਹੁੰਦੀਆਂ ਨੇਗੀਆਂ। ਅੱਛਾ, ਹੁਣ ਆਪਾਂ ਗੱਲ ਕਿੱਥੇ ਲੈ ਕੇ ਆਉਣੀ ਆ? ਗੁਰੂ ਨਾਨਕ ਸਾਹਿਬ ਤੇ। ਹੁਣ ਗੁਰੂ ਨਾਨਕ ਸਾਹਿਬ ਦਾ ਜਿਹੜਾ ਇੱਕ ਮਿਸ਼ਨ ਆਪਾਂ ਪਹਿਲਾਂ ਆਰੰਭਤਾ ਦੇ ਵਿੱਚ ਵੀ ਸੁਣ ਲਿਆ, ਉਹਨਾਂ ਦਾ ਮਿਸ਼ਨ ਇੱਕੋ ਹੀ ਆ, ਜੋ ਮਰਜ਼ੀ ਆਵੇ। ਗੁਰੂ ਨਾਨਕ ਨੇ ਸਭ ਨੂੰ 2 ਚੀਜ਼ਾਂ ਦਿੱਤੀਆਂ ਨੇ, 2 ਚੀਜ਼ਾਂ ਦਿੱਤੀਆਂ ਨੇ ਗੁਰੂ ਨਾਨਕ ਨੇ ਸਭ ਨੂੰ। ਕੋਈ ਅਮੀਰ ਆਇਆ ਉਹਨੂੰ ਵੀ ਉਹੀ ਚੀਜ਼, ਕੋਈ ਗਰੀਬ ਆਇਆ ਉਹਨੂੰ ਵੀ ਉਹੀ ਚੀਜ਼ ਆ। ਪਖੰਡੀ ਨੇ ਤਾਂ ਬਦਲ ਕੇ ਕੰਮ ਕੀਤਾ ਸੀ ਨਾ, ਅਮੀਰ ਗਰੀਬ ਦੇਖ ਕੇ। ਅਮੀਰ ਆਇਆ ਉਹਨੂੰ ਫੋਕੀਆਂ ਅਸੀਸਾਂ ਦਿੱਤੀਆਂ, ਕਿਉਂਕਿ ਉਹਨੂੰ ਦਾਣੇ ਫੱਕੇ ਦੀ ਤਾਂ ਲੋੜ ਹੀ ਨਹੀਂ ਹੈ। ਗਰੀਬ ਆਇਆ ਕੋਈ, ਉਹਨੂੰ ਉਹ ਆਟਾ ਕੋਟਾ ਦੇਤਾ, ਲੈ ਜਾ ਕੋਈ ਨਾ ਭਾਈ ਤੇਰਾ ਘਰ ਪਵਾਇਆਵਾਂਗੇ, ਭੇਜ ਦਿੰਦੇ ਆ। ਬਾਬੇ ਦੀਆਂ ਵੋਟਾਂ ਵੱਧ ਗਈਆਂ, ਥੋੜੇ ਟਾਈਮ 'ਚ ਹੀ ਬਾਬੇ ਦਾ ਡੇਰਾ ਵੱਡਾ ਸਾਰਾ ਬਣ ਗਿਆ। ਹੁਣ ਗੁਰੂ ਨਾਨਕ ਸਾਹਿਬ ਨੇ ਕਿਸੇ ਦਾ ਮਾਫ ਕਰਨਾ
ਇਸ ਗੱਲ ਨੂੰ ਗਲਤ ਨਾ ਫੀਲ ਕਰਿਓ ਵੀ ਕਿਸੇ ਦਾ ਘਰ ਨਹੀਂ ਪਵਾਇਆ। ਘਰ ਪਵਾਉਣਾ ਅਲੱਗ ਚੀਜ਼ ਆ, ਘਰ ਵਸਾਉਣਾ ਅਲੱਗ ਚੀਜ਼ ਆ। ਬਾਬੇ ਨਾਨਕ ਨੇ ਘਰ ਨਹੀਂ ਪਵਾਇਆ, ਬਾਬੇ ਨਾਨਕ ਨੇ ਘਰ ਵਸਾਇਆ। ਜਦੋਂ ਘਰ ਵਸ ਜਾਵੇ ਨਾ, ਬਣ ਤੱਪ ਹੀ ਜਾਂਦਾ ਹੁੰਦਾ ਗਾ। ਤੇ ਜੇ ਘਰ ਪਵਾਤਾ ਵਿੱਚ ਵਸਣ ਵਾਲਾ ਕੋਈ ਨਾ ਹੋਵੇ ਤੇ ਫਿਰ ਘਰ ਬਣਾਏ ਦਾ ਫਾਇਦਾ ਵੀ ਦੱਸੋ ਭਲਾ ਕੀ ਆ। ਸਮਝ ਗਏ ਨਾ, ਬਾਬਾ ਨਾਨਕ ਘਰ ਵਸਾਉਂਦਾ, ਪਵਾਉਂਦਾ ਨਹੀਂ। ਹੁਣ ਪਖੰਡੀਆਂ ਨੇ ਘਰ ਤਾਂ ਬੜੇ ਪਵਾਤੇ, ਪਰ ਵਿੱਚ ਵਸਣ ਵਾਲੇ ਕੌਣ ਆ? ਅਗਲਿਆਂ ਦੀਆਂ ਔਰਤਾਂ ਤੇ ਆਪ ਕਬਜ਼ਾ ਕਰ ਲਿਆ, ਧੀਆਂ ਤੇ ਆਪ ਕਬਜ਼ਾ ਕਰ ਲਿਆ, ਜ਼ਮੀਨਾਂ ਤੇ ਆਪ ਕਬਜ਼ਾ ਕਰ ਲਿਆ, ਆਪਣੇ ਨਾਂ ਲਵਾ ਲਈਆਂ। ਤੇ ਇਹ ਗੁਰੂ ਨਾਨਕ ਸਾਹਿਬ ਨੇ ਗੱਲ ਬਾਣੀ 'ਚ ਲਿਖੀ ਵੀ ਆ, ਗਲ ਸਾਢੇ ਤੈ ਤੈ ਗਲੀ ਜਿਨ੍ਹਾਂ ਜਪਮਾਲੀਆਂ, ਲੋਟੈ ਹੱਥ ਨਵਗ। ਉਹ ਇਸ ਹਰ ਕੇ ਸੰਤ ਨਾਖੀਐ ਬਨਾਰਸ ਕੇ, ਠੱਗ ਪੂਰੀ ਡਿਟੇਲ 'ਚ ਦਿੱਤੀ ਵੀ ਆ ਵੀ ਕਰਦੇ ਕੀ ਨੇਗੇ। ਚਲੋ ਇਹਦੇ ਬਾਰੇ ਤੁਸੀਂ ਜਾਣਦੇ ਹੋ। ਹੁਣ ਬਾਬੇ ਨਾਨਕ ਨੇ ਨਹੀਂ ਇਹ ਕੰਮ ਕੀਤਾ। ਉਹਨੇ ਤਾਂ ਜਿਹੜਾ ਵੀ ਆਇਆ ਨਾ, ਦੋ ਚੀਜ਼ਾਂ ਹੀ ਵੰਡੀਆਂ ਨੇ, ਇੱਕ ਪਿਆਰ, ਇੱਕ ਗਿਆਨ। ਪਿਆਰ ਵੀ ਬਹੁਤ ਜ਼ਿਆਦਾ ਵੰਡਿਆ ਬਾਬੇ ਨਾਨਕ ਨੇ, ਤੇ ਗਿਆਨ ਵੀ। ਪੂਰੀ ਦੁਨੀਆ ਦੇ ਵਿੱਚ ਇੱਕੋ ਇੱਕ ਮਹਾਨ ਵਿਅਕਤੀ ਹੋਇਆ। ਵੈਸੇ ਤਾਂ ਕੱਲ ਦਾ ਜਿਹੜਾ ਮਨਮੱਤੀ ਦਿਨ ਲੰਘਿਆ ਨਾ, ਉਹਦੇ ਸੰਬੰਧ 'ਚ ਵੀ ਆਪਾਂ ਦਸ਼ਰਥ ਦੇ ਪੁੱਤ ਰਾਮ ਚੰਦਰ ਦੇ ਨਾਲ ਜੁੜੀਆਂ ਵੀਆਂ ਗੱਲਾਂ ਨੇ। ਵੀ ਘਰੇ ਵਾਪਸ ਪਰਤੇ ਸੀ ਨਾ, ਰਾਜਾ ਸੀ, ਉਹਨਾਂ ਕੋਲੇ ਵੀ ਗਿਆਨ ਨਹੀਂ ਸੀ। ਰਾਮ ਨਾ, ਸੱਚੀ ਜੀ ਗੱਲ ਕਰੀਏ ਆਪਾਂ, ਰਾਮ ਚੰਦਰ ਜਿਹਦੀ ਕੱਲ ਪੂਜਾ ਕੀਤੀ ਹੈ ਲੋਕਾਂ ਨੇ, ਰਾਮ ਚੰਦਰ ਰਾਵਣ ਦੇ, ਤੇ ਜਿਹਦੀ 15 ਦਿਨ ਪਹਿਲਾਂ ਨਖੇਦੀ ਕੀਤੀ ਸੀ ਲੋਕਾਂ ਨੇ। ਕੌਣ ਸੀ ਉਹ? ਰਾਵਣ ਸੀ, ਜਿਹਦੇ ਪੁਤਲੇ ਬਣਾ ਕੇ ਸਾੜੇ ਸੀ। ਵੈਸੇ ਤਾਂ ਲੋਕ ਸਿਆਣੇ ਹੋ ਗਏ ਹੁਣ, ਰਾਵਣ ਦੇ ਰੋਮ ਵਰਗਾ ਵੀ ਨਹੀਂ ਹੈ, ਬੜਾ ਨਜਾਇਜ਼ ਫਰਕ ਆ। ਰਾਵਣ ਦੇ ਰੋਮ ਵਰਗਾ ਵੀ ਨਹੀਂ ਹੈ। ਕਦੇ ਗੱਲ ਨੂੰ ਪੂਰਾ ਕੰਪੈਰੀਜ਼ਨ ਕਰਕੇ ਵੇਖਿਓ, ਆਪਸ ਵਿੱਚ ਤੋਲ ਨਾਪ ਕੇ ਵੇਖਿਓ। ਪਰ ਉਲਟੀ ਤਾਂ ਰਾਵਣ ਨੂੰ ਲੋਕ ਫੂਕੀ ਜਾਂਦੇ ਤੇ ਰਾਮ ਨੂੰ ਪੂਜੀ ਜਾਂਦੇ ਆ। ਉਲਟ ਕਹਾਣੀ ਹੋ ਗਈ। ਰਾਵਣ ਕੋਲੇ ਗਿਆਨ ਬਹੁਤ ਜ਼ਿਆਦਾ ਸੀ। ਬਾਬੇ ਨਾਨਕ ਨੇ ਬਾਣੀ 'ਚ ਲਿਖਿਆ ਬਹੁਤ ਜ਼ਿਆਦਾ ਗਿਆਨ ਸੀ, ਪਰ ਬਾਬੇ ਨਾਨਕ ਨਾਲੋਂ ਘੱਟ ਸੀ। ਗਿਆਨ ਬਹੁਤ ਜ਼ਿਆਦਾ ਸੀ ਉਹਦੇ ਕੋਲੇ, ਪਰ ਬਾਬੇ ਨਾਨਕ ਨਾਲੋਂ ਘੱਟ ਗਿਆ। ਉੱਥੇ ਆ ਕੇ ਪੋਜੀਸ਼ਨ ਡਾਊਨ ਪੈ ਗਈ, ਉਹਦੇ ਮੁਕਾਬਲੇ 'ਚ ਨਹੀਂ ਖੜ ਸਕਿਆ ਹੈਗਾ, ਫਰਕ ਪੈ ਗਿਆ। ਚਲੋ ਮੇਰੇ ਕਹਿਣ ਤੋਂ ਭਾਵ, ਹਵਾਲਾ ਦੇਣ ਤੋਂ ਭਾਵ ਕੀ ਹੈ, ਦੁਨੀਆ ਦਾ ਚਾਹੇ ਵਿਸ਼ਨੂੰ ਆ, ਬ੍ਰਹਮਾ, ਚਾਹੇ ਰਾਮ ਆ, ਚਾਹੇ ਰਾਵਣ ਆ, ਚਾਹੇ ਕੋਈ ਵੀ ਆ, ਪਰ ਬਾਬੇ ਨਾਨਕ ਨੇ ਨਾ ਦੁਨੀਆ ਦੇ ਵਿੱਚ ਗਿਆਨ ਬੜਾ ਵੰਡਿਆ। ਤੇ ਬਾਬੇ ਨਾਨਕ ਕੋਲੇ ਗਿਆਨ ਨਾ ਅੱਜ ਤੱਕ ਦਾ ਰਿਕਾਰਡ ਆ ਵੀ ਸਭ ਤੋਂ ਵੱਧ ਗਿਆਨੀ, ਗਿਆਨਵਾਨ ਗੁਰੂ ਨਾਨਕ ਸਾਹਿਬ ਹੋਇਆ ਗਾ। ਚਲੋ ਜਿਹੜੀ ਆਪਣੀ ਗੱਲ ਚੱਲਦੀ ਸੀ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਵੱਲੋਂ ਇੱਕ ਤਾਂ ਗਿਆਨ ਵੰਡਿਆ। ਕੋਈ ਜਿਹੜੀ ਚੀਜ਼ ਬੰਦੇ ਕੋਲੇ ਹੁੰਦੀ ਹੈ ਬੰਦਾ ਉਹੀ ਵੰਡਦਾ, ਤੇ ਜਿਹੜੀ ਚੀਜ਼ ਹੈ ਹੀ ਨਹੀਂ ਤੇ ਬੰਦਾ ਕਦੇ ਨਹੀਂ ਵੰਡ ਸਕਦਾ ਗਾ। ਤੇ ਦੂਜੀ ਗੱਲ ਗੁਰੂ ਨਾਨਕ ਸਾਹਿਬ ਨੇ ਵੰਡਿਆ ਪਿਆਰ। ਭਾਵੇਂ ਕੋਈ ਆਪਣੀ ਗੱਲ ਚੱਲ ਰਹੀ ਸੀ, ਕੋਈ ਕੋਲੇ ਆ ਗਿਆ, ਤੇ ਚਾਹੇ ਗੁਰੂ ਨਾਨਕ ਸਾਹਿਬ ਕਿਸੇ ਕੋਲੇ ਵਾਗੇ, ਇਹਦੇ 'ਚ ਕੋਈ ਮਤਲਬ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਨੇ ਇੱਕ ਥਾਂ ਤੇ ਬਹਿ ਕੇ ਕੰਮ ਕਰਨਾ। ਗੁਰੂ ਨਾਨਕ ਸਾਹਿਬ ਕਹਿੰਦਾ ਕੋਈ ਨਾ, ਤੁਹਾਡੇ ਕੋਲੇ ਟਾਈਮ ਨਹੀਂ ਨਾ, ਮੈਂ ਤੁਹਾਡੇ ਘਰੇ ਆ ਜਾਊਂਗਾ, ਜਿੱਥੇ ਤੁਸੀਂ ਰਹਿੰਦੇ ਹੋ ਮੈਂ ਉੱਥੇ ਆ ਜਾਊਂਗਾ, ਪਰ ਤੁਸੀਂ ਗਿਆਨ ਲੈ ਲਿਓ। ਮੈਨੂੰ ਮਤਲਬ ਕੋਈ ਨਹੀਂ ਵੀ ਮੈਂ ਤੁਹਾਡੇ ਘਰੇ ਆ ਗਿਆ ਤੇ ਮੇਰੀ ਹੇਠੀ, ਇਹਦੇ 'ਚ ਕੋਈ ਨਾ ਕੋਈ ਨਾ, ਮੈਂ ਤੁਹਾਡੇ ਘਰੇ ਆ ਜਾਊਂਗਾ, ਪਰ ਤੁਸੀਂ ਗਿਆਨ ਦੀ ਦਾਤ ਪ੍ਰਾਪਤ ਕਰ ਲਿਓ, ਲੈ ਲਿਓ ਪੁੱਤ। ਹੁਣ ਇੱਥੋਂ ਸਿੱਧ ਹੋ ਗਿਆ ਬਾਬੇ ਨਾਨਕ ਨੇ ਦੋ ਚੀਜ਼ਾਂ ਵੰਡੀਆਂ। ਫਿਰ ਬਾਣੀ 'ਚ ਵੀ ਲਿਖਿਆ ਨਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਹੁਣ ਗੱਲ ਨਾਲ ਲਾਉਣਾ ਔਖਾ ਭਾਈ, ਠੀਕ ਹੈ ਨਾ, ਕਹਿਣਾ ਬੜਾ ਸੌਖਾ ਗਾ, ਪਰ ਗੱਲ ਨਾਲ ਲਾਉਣਾ ਔਖਾ ਬਹੁਤ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਵਿਰਧ ਸੁਆਮੀ ਸੰਦਾ, ਇਹ ਮੇਰੇ ਮਾਲਕ ਦਾ ਮੁੱਢ ਕਦੀਮਾ ਤੋਂ ਸੁਭਾਗ। ਜਿਵੇਂ ਕਿ ਆਪਣੀ ਗੱਲ ਚੱਲਦੀ ਹੈ, ਗਿਆਨ ਧਿਆਨ ਸਭ ਗੁਰ ਤੇ ਹੋਈ। ਬਗਦਾਦ ਦੇ ਵਿੱਚ ਨਾ ਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰਕ ਦੌਰੇ ਸਮੇਂ ਚਲੇ ਗਏ। ਉੱਥੋਂ ਦਾ ਇੱਕ ਰਾਜਾ ਵੀ ਆ ਤੇ ਇੱਕ ਧਰਮੀ ਪੁਰਖ ਵੀ ਆ, ਜਿਹਦਾ ਨਾਮ ਦਸਤਗੀਰ ਲਿਖਿਆ ਗਾ ਇਤਿਹਾਸ ਨੇ, ਬਹਿਲੋਲ ਦਸਤਗੀਰ। ਹੁਣ ਜਦੋਂ ਗੁਰੂ ਨਾਨਕ ਸਾਹਿਬ ਨੇ ਨਾ ਜਾ ਕੇ ਅੰਮ੍ਰਿਤ ਵੇਲੇ, ਜਾਣੀ ਕਿ ਇਉਂ ਕਹਿ ਲਓ ਆਪਾਂ ਆਪਣੇ ਮਨ ਦੀ ਇੱਛਾ ਮੁਤਾਬਕ ਵੀ 2-2:30 ਵਜੇ ਉੱਚੀ ਬੋਲ ਦੇ ਵਿੱਚ ਬਾਂਗ ਦਿੱਤੀ, ਆਵਾਜ਼ ਦਿੱਤੀ। ਕੀ ਆਵਾਜ਼ ਦਿੱਤੀ ਹੈਗੀ? ਸਤਨਾਮ ਸ੍ਰੀ ਵਾਹਿਗੁਰੂ। ਆਵਾਜ਼ ਦਿੱਤੀ ਹੈ ਨਾ, ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ
ਏਕੋ ਹੈ। ਆਵਾਜ਼ ਦਿੱਤੀ ਹੈ ਨਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਆਵਾਜ਼ ਦਿੱਤੀ ਹੈ ਨਾ, ਭਾਵ ਕਿ ਇਸ ਦੁਨੀਆ ਦੇ ਵਿੱਚ ਇੱਕ ਪਰਮਾਤਮਾ ਹੀ ਆ, ਸਾਰੇ ਆਪਾਂ ਪਰਮਾਤਮਾ ਦੇ ਨੂਰ ਆ। ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਵੰਦੇ। ਚਲੋ ਕਹਿਣ ਤੋਂ ਭਾਵ ਬਾਬੇ ਨਾਨਕ ਨੇ ਸੱਚੀ ਬਾਣੀ ਦੀ ਆਵਾਜ਼ ਦਿੱਤੀ। ਕੁਦਰਤੀ ਗੱਲ ਆ ਵੀ ਉਸ ਟਾਈਮ ਤੇ ਜਿਹੜੀ ਸੁਬਹ ਦੀ ਆਵਾਜ਼ ਆ ਉਹ ਬਹੁਤ ਦੂਰ ਤੱਕ ਸੁਣਾਈ ਦਿੰਦੀ ਆ, ਤੇ ਇਹ ਆਵਾਜ਼ ਚਾਹੇ ਲੋਕਾਂ ਰਾਹੀਂ ਚਾਹੇ ਸਿੱਧੇ ਤੌਰ ਤੇ ਦਸਤਗੀਰ ਦੇ ਕੰਨਾਂ 'ਚ ਪੈ ਗਈ। ਜਦੋਂ ਦਸਤਗੀਰ ਦੇ ਕੰਨਾਂ 'ਚ ਪਈ ਆ ਨਾ, ਦਸਤਗੀਰ ਮੌਕੇ ਦਾ ਰਾਜਾ ਵੀ ਆ, ਧਰਮੀ ਵੀ ਆ, ਦੋਨੇ ਕੰਮ ਹੀ ਇਹ 'ਚ, ਪੀਰ ਵੀ ਆ ਇਹ ਤੇ ਇਹ ਰਾਜਾ ਵੀ ਆ। ਇਹਨੇ ਆਪਣੇ ਫੈਸਲੇ ਵੀ ਆਪ ਕਰਨੇ ਨੇ ਜੋ ਦੁਨੀਆ ਦੇ ਵਿੱਚ ਮੰਦੇ ਚੰਗੇ ਕੰਮ ਹੁੰਦੇ ਨੇ, ਤੇ ਇਹਨੇ ਆਪਣੀ ਧਰਮਾਂ ਵਾਲੀ ਜਿਹੜੀ ਲੈਣ ਆ ਉਹ ਵੀ ਲੋਕਾਂ ਨੂੰ ਸੇਧ ਆ ਜਿਹੜੀ ਦੇਣੀ ਆ। ਹੁਣ ਇਹਨੇ ਹੁਕਮ ਕਰਤਾ, ਰਾਜਾ ਸੀ ਨਾ, ਕਹਿੰਦਾ ਵੀ ਜਿੱਥੋਂ ਇਹ ਆਵਾਜ਼ ਆਈ ਹੈ ਜਾ ਕੇ ਪਤਾ ਕਰੋ ਕੌਣ ਆ। ਸਾਡੇ ਇਸ ਜਗਤ ਵਿੱਚ, ਸਾਡੇ ਇਸ ਸਮਾਜ ਦੇ ਵਿੱਚ ਆ ਕੇ ਕੋਈ ਕਾਫਰ ਗਲਤ ਬੋਲ ਰਿਹਾ ਹੈਗਾ, ਜਾਣੀ ਕਿ ਬਾਬੇ ਨਾਨਕ ਨੂੰ ਦਸਤਗੀਰ ਨੇ ਆਪਣੇ ਵੱਲੋਂ ਕਾਫਰ ਕਿਹਾ, ਗਲਤ ਕਿਹਾ। ਕੋਰੜੇ ਮਾਰੋ, ਜਾ ਕੇ ਰੋੜੇ ਮਾਰੋ। ਜੇ ਇੱਦਾਂ ਦੀ ਵਿਚਾਰ ਦਿੱਤੀ ਨਾ, ਤੇ ਸੱਚਾਈ ਆ ਵੀ ਇਸੇ ਤਰ੍ਹਾਂ ਦੀ ਗੱਲ ਹੋਣੀ ਸੁਭਾਵਕ ਆ। ਰਾਜੇ ਦਾ ਹੁਕਮ ਆਗਾ, ਉਹ ਤਾਂ ਬਾਬੇ ਨਾਨਕ ਨੇ ਬਾਣੀ 'ਚ ਵੀ ਲਿਖਿਆ ਨਾ, ਕੋਈ ਕਹੇ ਭੂਤ ਨਾ ਕੋ ਕਹੇ ਬਤਾਲਾ। ਪਰ ਬਾਬਾ ਨਾਨਕ ਵੰਡਦਾ ਕੀ ਆ? ਗਿਆਨ ਤੇ ਪਿਆਰ। ਬਾਬੇ ਨਾਨਕ ਨੇ ਚਲੋ ਅਪ ਸ਼ਬਦ ਵੀ ਸੁਣ ਲਏ ਨਾ, ਤੇ ਰੋੜੇ ਵੀ ਖਾ ਲਏ। ਬਾਬਾ ਨਾਨਕ ਕਹਿੰਦਾ ਕੋਈ ਗੱਲ ਨਹੀਂ, ਸ਼ਾਬਾਸ਼ ਏ, ਤੁਸੀਂ ਸਾਡੇ ਰੋੜੇ ਮਾਰੇ, ਧੰਨਵਾਦ, ਕੁਛ ਦਿੱਤਾ ਹੀ ਆ, ਕੁਛ ਲਿਆ ਤਾਂ ਨਹੀਂ ਹੈ, ਕੋਈ ਗੱਲ ਨਹੀਂ। ਪਰ ਸਾਡੀ ਇੱਕ ਗੱਲ ਸੁਣ ਲਓ, ਜਿਹਨੇ ਤੁਹਾਨੂੰ ਹੁਕਮ ਕੀਤਾ ਸਾਡਾ ਮਿਲਾਪ ਉਹਦੇ ਨਾਲ ਕਰਵਾ ਦਿਓ, ਤੇ ਅੱਗੋਂ ਜੋ ਤੁਹਾਡੀ ਸਰਾ ਉਹਦੇ ਮੁਤਾਬਕ ਸਾਨੂੰ ਸਜ਼ਾ ਦੇ ਦਿਓ। ਚਲੋ ਗੁਰੂ ਨਾਨਕ ਸਾਹਿਬ ਦਾ ਮਿਲਾਪ ਆ ਜਿਹੜਾ, ਉਹ ਦਸਤਗੀਰ ਰਾਜੇ ਦੇ ਨਾਲ ਹੋ ਗਿਆ। ਆਪਣੀ ਵਿਚਾਰ ਅੱਜ ਦੀ, ਗਿਆਨ ਧਿਆਨ ਸਭ ਗੁਰ ਤੇ ਹੋਈ। ਗੁਰੂ ਕੋਲੋਂ ਗਿਆਨ ਮਿਲਦਾ, ਗੁਰੂ ਕੋਲੋਂ ਧਿਆਨ ਟਿਕਾਉਣ ਦੀ ਵਿਰਤੀ, ਸੋਝੀ, ਅਕਲ ਮਿਲਦੀ ਆ। ਜਦੋਂ ਹੁਣ ਦਸਤਗੀਰ ਕੋਲੇ ਪਹੁੰਚੇ, ਦਸਤਗੀਰ ਕਹਿੰਦਾ ਵੀ ਤੂੰ ਕਿਵੇਂ ਆਪਣੇ ਵੱਲੋਂ ਇਦਾਂ ਦੇ ਲਫ਼ਜ਼ ਬੋਲ ਰਿਹਾਂਗਾ ਵੀ ਸਤਨਾਮ ਜਾਂ ਇੱਕ ਓੰਕਾਰ ਪਰਮਾਤਮਾ ਇੱਕ ਹੈ? ਇਹ ਤਾਂ ਹੋ ਨਹੀਂ ਸਕਦਾ। ਜੇ ਤਾਂ ਤੂੰ ਸੱਚਾਂਗਾ ਫਿਰ ਤਾਂ ਸਾਡੇ ਨਾਲ ਬਹਿਸ ਕਰ, ਸਵਾਲਾਂ ਦੇ ਜਵਾਬ ਦੇ। ਜੇ ਤੂੰ ਸਵਾਲਾਂ ਦੇ ਜਵਾਬ ਦੇ ਨਾ ਸਕਿਆ, ਅਸੀਂ ਤੈਨੂੰ ਨਾ ਸਜ਼ਾ ਦੇਵਾਂਗੇ ਜੋ ਸਾਡੀ ਸਰਾ, ਸਾਡਾ ਕਾਨੂੰਨ ਆ ਉਹਦੇ ਮੁਤਾਬਕ। ਅਸੀਂ ਨਾਲ ਤੈਨੂੰ ਕਾਫਰ ਦਾ ਵੀ ਮਤਲਬ ਕਿ ਤੁਖਲਸ ਦੇਵਾਂਗੇ ਵੀ ਤੂੰ ਕਾਫਰ ਆ। ਸਾਡੇ ਘਰੇ ਆ ਕੇ, ਸਾਡੇ ਸਮਾਜ ਵਿੱਚ ਆ ਕੇ, ਸਾਡੇ ਸਮਾਜ ਦੇ ਵਿੱਚ ਆ ਕੇ ਨਾ ਵੰਡੀਆਂ ਪਾ ਰਿਹਾਂਗਾ। ਤੇ ਬਾਬੇ ਨਾਨਕ ਨੇ ਪਤਾ ਕੀ ਕਿਹਾਗਾ? ਕਹਿੰਦਾ ਜਿੱਦੇ ਮੈਂ ਨਾ ਤਲਵੰਡੀਓਂ ਤੁਰਿਆ ਸੀ, ਮੈਂ ਤਾਂ ਤੁਰੇ ਹੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਆ। ਕਹਿੰਦਾ ਮੈਨੂੰ ਟੱਕਰਦੇ ਹੀ ਕੋਈ ਆ ਸਵਾਲ ਕਰਨ ਵਾਲਾ, ਟੱਕਰਦੇ ਹੀ ਕੋਈ ਆ ਸਵਾਲ ਕਰਨ ਵਾਲਾ। ਮੈਂ ਤਾਂ ਚੱਲੇ ਹੀ ਸਵਾਲਾਂ ਦੇ ਜਵਾਬ ਦੇਣ ਵਾਸਤੇ ਆ। ਤੂੰ ਮੈਨੂੰ ਸਵਾਲ ਤਾਂ ਕਰ, ਮੈਂ ਤੇਰੇ ਜਵਾਬ ਦੇਵਾਂਗਾ। ਐਸੀ ਕਿਹੜੀ ਗੱਲ ਆ ਵੀ ਜਵਾਬ ਨਾ ਦੇਵਾਂ? ਹੁਣ ਇੱਥੇ ਪਿਆਰਿਓ ਸਾਨੂੰ ਸਿੱਖਿਆ ਫੇਰ ਮਿਲ ਗਈ। ਇਹ ਸਾਖੀ ਤੁਸੀਂ ਬੜੇ ਵਾਰੀ ਸੁਣੀ ਹੋਣੀ ਆ, ਪਰ ਵਿੱਚੋਂ ਆਪਾਂ ਸਿੱਖਿਆ ਲੈਣੀ ਆ। ਸਿੱਖਿਆ ਕੀ ਮਿਲ ਗਈ? ਜਿਹੜਾ ਬੰਦਾ ਦੁਨੀਆ ਦੇ ਸਵਾਲਾਂ ਦਾ ਧਰਮੀ ਹੋਣ ਦੇ ਨਾਤੇ ਜਵਾਬ ਨਾ ਦੇ ਸਕੇ, ਉਹ ਬੰਦਾ ਕਾਫਰ ਹੈ। ਬਸ ਸਾਨੂੰ ਕੋਈ ਮਤਲਬ ਨਹੀਂ ਵੀ ਉਹਦੇ ਕਿਹੋ ਜਿਹਾ ਦਮਾਲਾ ਪੱਗ ਬੰਨੀ ਆ, ਉਹਦੇ ਕੰਘਾ ਕੜਾ ਕਿਰਪਾਨ ਪੰਜੇ ਕਕਾਰ ਹੈਗੇ ਨੇ ਜਾਂ ਨਹੀਂ ਹੈਗੇ। ਬਸ ਗੱਲ ਖਤਮ ਆ ਵੀ ਜਿਹਨੇ ਦੁਨੀਆ ਦੇ ਵਿੱਚ ਦੁਨੀਆ ਦੇ ਲੋਕਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਤਾਂ ਉਹ ਬੰਦਾ ਕਾਫਰ ਆ, ਤੇ ਜਿਹਨੇ ਗੁਰਬਾਣੀ ਮੁਤਾਬਕ ਜਵਾਬ ਦਿੱਤੇ ਉਹ ਗੁਰੂ ਦਾ ਸਿੱਖ ਆ। ਤੇ ਬਾਬੇ ਨਾਨਕ ਨੂੰ ਇੱਥੇ ਕੀ ਕਿਹਾ? ਰਮਜ ਸਮਝਣੀ ਆ ਵਿੱਚੋਂ ਆਪਾਂ ਵੀ ਜੇ ਤਾਂ ਜਵਾਬ ਦੇਤਾ ਫਿਰ ਤਾਂ ਤੂੰ ਨਾਨਕ ਸੱਚਾਂਗਾ, ਠੀਕ ਆ ਨਾ, ਫਿਰ ਤਾਂ ਤੂੰ ਗੁਰੂ ਆ ਸਾਡਾ, ਅਸੀਂ ਤੈਨੂੰ ਗੁਰੂ ਮੰਨ ਲਾਂਗੇ। ਪਰ ਜੇ ਤੂੰ ਜਵਾਬ ਨਾ ਦੇ ਸਕਿਆ ਫਿਰ ਅਸੀਂ ਤੈਨੂੰ ਕਾਫਰ ਕਹਾਂਗੇ। ਦੋ ਗੱਲਾਂ ਕਹਿਤੀਆਂ। ਹੁਣ ਇਹ ਗੱਲ ਨੂੰ ਆਪਾਂ ਅੰਦਾਜ਼ਾ ਲਾਉਣਾ, ਮਾਫ ਕਰਨਾ, ਮੈਂ ਸੱਚੀ ਜੀ ਗੱਲ ਜ਼ਰੂਰ ਕਰੂੰਗਾ। ਜਿਹੜਾ ਵੀ ਤੁਹਾਨੂੰ
ਧਰਮੀ ਪੁਰਖ ਚੋਲੇ ਵਾਲਾ ਟੱਕਰਦਾ ਨਾ, ਸਵਾਲ ਕਰਿਆ ਕਰੋ, ਰੱਜ ਕੇ ਸਵਾਲ ਕਰਿਆ ਕਰੋ, ਘੇਰਿਆ ਕਰੋ ਅਗਲੇ ਨੂੰ ਵੀ ਸਵਾਲ ਦੱਸ ਕੇ ਜਾ ਸਾਨੂੰ ਆਹ। ਜੇ ਤਾਂ ਜਵਾਬ ਦੇ ਤੇ ਫੇਰ ਤਾਂ ਤੂੰ ਪ੍ਰਚਾਰਕ ਹੈਗਾ, ਤੇ ਨਹੀਂ ਤੇਰਾ ਟਕਵਾਂਜਾ ਬਾਈ ਜਾ ਸਤਿ ਸ੍ਰੀ ਅਕਾਲ, ਮੁੜ ਕੇ ਨਾ ਇੱਥੇ ਆਈ। ਇਹ ਸਟੇਜ ਨਾ ਗੁਰਮਤ ਦੀ ਸਟੇਜ ਹੈ, ਐਵੇਂ ਮਾਮੂਲੀ ਸਟੇਜ ਨਹੀਂ ਹੈ। ਫੇਰ ਤਾਂ ਆਪਾਂ ਵੀ ਮਾਲਕ ਦੀ ਬਖਸ਼ਿਸ਼ ਦੁਆਰਾ ਸੱਚੇ ਸੁੱਚੇ ਗੁਰੂ ਨਾਨਕ ਦੇ ਸਿੱਖ ਕਹਾ ਸਕਦੇ ਆ, ਤੇ ਅਗਲਾ ਵੀ ਕਹਾ ਸਕਦਾ ਜਿਹੜਾ ਜਵਾਬ ਦੇ ਗਿਆ। ਤੇ ਜਿਹਨੇ ਜਵਾਬ ਨਾ ਦਿੱਤਾ, ਫਿਰ ਭਾਈ ਤੂੰ ਆਪਦੇ ਘਰੇ, ਅਸੀਂ ਆਪਦੇ ਘਰੇ, ਸਤਿ ਸ੍ਰੀ ਅਕਾਲ, ਮੁੜ ਕੇ ਇੱਧਰ ਨੂੰ ਕਦੇ ਝਾਕੀ ਨਾ। ਵੈਸੇ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਣੀ, 5-7 ਨੂੰ ਸਵਾਲ ਕਰ ਲੈਣਾ ਤੇ ਮੁੜ ਕੇ ਅਗਲੇ ਨੇ ਝਾਕਣਾ ਹੀ ਨਹੀਂਗਾ, ਆਉਂਦੇ ਹੀ ਨਹੀਂ, ਹਨਾ। ਸਮਝ ਗਏ ਨਾ। ਇੱਥੇ ਬਾਬੇ ਨਾਨਕ ਦੀ ਸਾਖੀ ਚੋਂ ਸਿੱਖਿਆ ਮਿਲ ਗਈ। ਦਸਤਗੀਰ ਕਹਿੰਦਾ ਸਵਾਲਾਂ ਦੇ ਜਵਾਬ ਦੇ, ਬਾਬਾ ਨਾਨਕ ਕਹਿੰਦਾ ਤੁਰੀ ਆ ਕੰਮ ਕਰਨ ਵਾਸਤੇ ਆ ਮੈਂ ਤਾਂ। ਜਵਾਬ ਦੇ ਦੇਗਾ ਗੁਰੂਆਂ, ਜਵਾਬ ਨਾ ਦੇ ਸਕੇਗਾ ਕਾਫਰਾਂ। ਫਿਰ ਤੂੰ ਸਾਡੇ ਸਮਾਜ ਵਿੱਚ ਕੀ ਕਰ ਦਾਂਗਾ, ਬਖੇੜਾ ਪਾ ਰਿਹਾਗਾ। ਨਾ ਸਵਾਲਾਂ ਦਾ ਜਵਾਬ ਦੇਵਾਂ, ਕਾਫਰ ਤਾਂ ਤੈਨੂੰ ਕਹਿਣੀ ਕਹਿਣਾ, ਉਹ ਤਾਂ ਗੱਲ ਖਤਮ ਆ। ਪਰ ਨੰਬਰ 2 ਤੇ ਸਜ਼ਾ ਵੀ ਮਿਲੂ। ਕਿਹੜੀ ਸਜ਼ਾ? ਸਾਡੀ ਸਰਾਹ ਮੁਤਾਬਕ ਬਗਦਾਦ ਵਿੱਚ ਜਿਹੜਾ ਬੰਦਾ ਕੋਈ ਇਸ ਤਰ੍ਹਾਂ ਦੀ ਸਮਾਜਿਕ ਤਲ ਤੇ ਗਲਤੀ ਕਰਦਾ, ਉੱਥੋਂ ਦਾ ਰਾਜਾ ਉਹਨੂੰ ਸਜ਼ਾ ਕੀ ਦਿੰਦਾ, ਲੱਕ ਤੱਕ ਉਹਨੂੰ ਟੋਆ ਪੱਟ ਕੇ ਨੱਪਿਆ ਜਾਂਦਾ, ਬਾਅਦ ਵਿੱਚ ਉਹਦੇ ਰੋੜੇ ਮਾਰੇ ਜਾਂਦੇ ਆ, ਤੇ ਇੱਥੋਂ ਤੱਕ ਵੀ ਮੰਨਿਆ ਜਾਂਦਾ ਵੀ ਉੱਪਰ ਦੁੱਧ ਦਹੀਂ ਡੋਲ ਕੇ ਤੇ ਕੁੱਤੇ ਸੱਦ ਕੇ ਕੁੱਤਿਆਂ ਤੋਂ ਪੜਵਾਇਆ ਜਾਂਦਾ। ਬਾਬੇ ਨਾਨਕ ਨੂੰ ਸਵਾਲਾਂ ਦੇ ਜਵਾਬ ਨਾ ਦੇਣ ਤੇ ਆਹ ਸਜ਼ਾ ਦਸਤਗੀਰ ਰਾਜੇ ਨੇ ਬਗਦਾਦ ਵਿੱਚ ਸੁਣਾਈ ਸੀ। ਪਰ ਜੇ ਆਪਾਂ ਨੂੰ ਸੁਣਾ ਦੇ ਕੋਈ, ਹੁਣ ਅੰਦਾਜ਼ਾ ਲਾਓ, ਆਪਾਂ ਸਿੱਖਾਂ ਨਾ ਬਾਬੇ ਨਾਨਕ ਦੇ, ਕਿਉਂਕਿ ਆਪਾਂ ਨੂੰ ਕਹਿ ਦੇ ਵੀ ਭਾਈ ਸਵਾਲ ਦਾ ਜਵਾਬ ਦਿਓ ਤੇ ਨਹੀਂ ਸਜ਼ਾ ਤੁਹਾਨੂੰ ਵੀ ਆਹ ਦੇਵਾਂਗੇ, ਫਿਰ ਆਪਣਾ ਕੀ ਬਣੂਗਾ। ਇੰਨੀ ਕੁ ਤਾਂ ਨੌਲੇਜ ਆਪਾਂ ਸਾਰੇ ਸਮਝਦੇ ਆ ਨਾ, ਵੀ ਜੇ ਸਾਨੂੰ ਕੋਈ ਸਵਾਲ ਕਰੇ ਤਾਂ ਵਾਹਿਗੁਰੂ ਭਲਾ ਕਰੇ, ਆਪਾਂ ਵੀ ਗੁਰੂ ਨਾਨਕ ਦੇ ਚੰਗੇ ਸਿੱਖਾਂ 'ਚ ਨਾਂ ਲਿਖਵਾਈਏ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਚੜ੍ਹਦੀ ਕਲਾ ਵਾਲਾ ਜੀਵਨ ਜਿਉਈਏ। ਹੁਣ ਪਹਿਲਾ ਸਵਾਲ ਕੀ ਹੈ, ਤੁਸੀਂ ਸਾਰੇ ਜਾਣ ਲਓ, ਪਹਿਲਾਂ ਮੈਂ ਗੱਲ ਕਰ ਲਈ। ਤੂੰ ਕਿਹਾ ਰੱਬ ਇੱਕ ਆ, ਮੇਰੇ ਮਨ 'ਚ ਸ਼ੰਕਾ ਕਿ ਰੱਬ ਇੱਕ ਨਹੀਂ ਹੈ। ਪਹਿਲਾ ਸਵਾਲ ਕੀ ਆ, ਰੱਬ ਇੱਕ ਨਹੀਂ ਹੈ ਤਾਂ ਤੂੰ ਛੱਡ, ਇਹ ਦੱਸ ਰੱਬ ਤੋਂ ਪਹਿਲਾਂ ਕੀ ਆ? ਉਹ ਅੱਲਾ ਤੋਂ, ਖੁਦਾ ਤੋਂ ਪਹਿਲਾਂ ਕੀ ਆ? ਹੁਣ ਸਵਾਲ ਬੜਾ ਕੀਮਤੀ ਆ ਨਾ। ਗੁਰੂ ਨਾਨਕ ਸਾਹਿਬ ਕਹਿੰਦਾ ਐ ਥੋੜੀ ਜਵਾਬ ਦੇਊਂਗਾ ਮੈਂ, ਜਵਾਬ ਦੇਊਂਗਾ ਪਰ ਇਉਂ ਨਹੀਂ। ਇੱਕ ਤਾਂ ਗੁਰੂ ਨਾਨਕ ਸਾਹਿਬ ਕਹਿੰਦਾ ਮੇਰਾ ਸੁਭਾਅ ਨਾ ਹੈ ਤਾਂ ਕਮਲਾ ਜਿਹਾ ਸੁਭਾਅ ਹੀ ਹੈ ਮੇਰਾ, ਜਦੋਂ ਸਵਾਲਾਂ ਦੇ ਜਵਾਬ ਦੇਣੇ ਹੁਣ ਕਹਿੰਦਾ ਮੇਰਾ ਨਾ ਇਕੱਲੇ ਦਾ ਜੀ ਨਹੀਂ ਕਰਦਾ। ਉਦੋਂ ਸੰਗਤ ਆ ਜਿਹੜੀ ਤੁਹਾਨੂੰ ਮੈਨੂੰ ਕਾਫੀ ਵੇਖਦੀ ਹੋਵੇ, ਬੁਲਾ ਨਾ ਢੰਡੋਰਾ ਪਿੱਟ ਕੇ, ਤੂੰ ਆਵਾਜ਼ ਦੇ ਨਗਰ ਵਿੱਚ ਆਓ ਭਾਈ, ਬਹਿਸ ਹੋਣੀ, ਅੱਜ ਚਰਚਾ ਹੋਣੀ ਆ, ਗੋਸ਼ਟੀ ਹੋਣੀ ਆ। ਤੇ ਜਦੋਂ ਕਿਹਾ ਸੱਚੀ ਮੁੱਚੀ ਸੰਗਤ ਦਾ ਕੁਦਰਤੀ ਜਾਣਾ ਆਉਣਾ ਵੀ ਇੱਕ ਕਾਫਰ ਫੜਿਆ ਹੋਇਆ, ਉਹਨੂੰ ਸਵਾਲ ਕਰਨੇ ਨੇ, ਚਲੋ ਤਮਾਸ਼ਾ ਵੇਖ ਕੇ ਆਈਏ। ਗਏ ਪਹੁੰਚੇ ਨੇ ਲੋਕ, ਬੜੇ ਪਹੁੰਚ ਗਏ, ਹੋਰ ਵੀ ਪਹੁੰਚ ਗਏ। ਤੇ ਹੁਣ ਦਸਤਗੀਰ ਕਹਿੰਦਾ ਚੰਗਾ ਹੁਣ ਜਵਾਬ ਦੇ ਦੇ, ਹੁਣ ਤਾਂ ਲੋਕ ਬਹੁਤ ਇਕੱਠੇ ਹੋ ਗਏ। ਬਾਬਾ ਨਾਨਕ ਕਹਿੰਦਾ ਠੀਕ ਆ, ਮੈਂ ਹੁਣ ਜਵਾਬ ਦੇਊਂਗਾ। ਸਾਡੇ ਨਾਲ ਕੁਝ ਨਿਯਮ ਨੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ। ਨਿਯਮ ਕੀ ਆ? ਤੇਰੇ ਕੋਲੇ ਮੋਤੀ ਹੈਗੇ ਨੇ, ਮੋਤੀ ਕਹਿ ਲੋ, ਕੁਛ ਵੀ ਕਹਿ ਲੋ। ਉਹ ਕਹਿੰਦਾ ਹੈਗੇ ਨੇ, ਮੈਂ ਰਾਜਾ, ਸਭ ਕੁਛ ਆ, ਦੱਸ ਸਹੀ। ਦਸਤਗੀਰ ਨੇ ਸੋਚਿਆ ਬੰਦਾ ਲੋਭੀ ਲੱਗਦਾ, ਲਾਲਚੀ ਲੱਗਦਾ, ਸਵਾਲ ਦਾ ਜਵਾਬ ਦਿੱਤਾ ਨਹੀਂ ਤੇ ਪਹਿਲਾਂ ਹੀਰੇ ਮੋਤੀਆਂ ਦੀ ਮੰਗ ਲਈ। ਬਾਬਾ ਨਾਨਕ ਕਹਿੰਦਾ ਜੇ ਮੋਤੀ ਆ ਨਾ, ਥਾਲ ਭਰਵਾ ਕੇ ਮੰਗਾ ਇੱਕ। ਸੋਚਿਆ ਉਹਨੇ ਵੀ ਲਾਲਚੀ ਬੰਦਾ, ਤਾਂ ਕਰਕੇ ਇਹਨੇ ਹੀਰੇ ਮੋਤੀ ਮੰਗ ਲਏ। ਕੋਈ ਗੱਲ ਨਹੀਂ, ਲਿਆ ਦੇਣਾ, ਥਾਲ ਛੱਡ 2 ਥਾਲ ਲਿਆ ਦੂੰ, ਪਰ ਮੇਰੇ ਸਵਾਲ ਦਾ ਜਵਾਬ ਸਹੀ ਦੇਈ। ਥਾਲ ਭਰ ਕੇ ਮੰਗਵਾ ਲਿਆ, ਰੱਖ ਲਿਆ ਸਾਹਮਣੇ। ਬਾਬਾ ਨਾਨਕ ਕਹਿੰਦਾ ਹੁਣ ਇਉਂ ਕਰ, ਇਹ ਕੱਲੇ ਕੱਲੇ ਮੋਤੀ ਗਿਣਦੇ ਤੂੰ ਫਟਾਫਟ, ਕੱਲੇ ਕੱਲੇ ਮੋਤੀ ਨਾ ਗਿਣਦੇ। ਗਿਣਤੀ ਆਉਂਦੀ ਤੈਨੂੰ? ਦਸਤਗੀਰ ਕਹਿੰਦਾ ਹਾਂ। ਹੁਣ ਇਹ ਤਾਂ ਕਹਿ ਨਹੀਂ ਸਕਦਾ ਵੀ ਗਿਣਤੀ ਆਉਂਦੀ ਨਹੀਂ, ਕਿਉਂਕਿ ਰਾਜਾ। ਹਾਂ ਆਉਂਦੀ ਹੈਗੀ, ਗਿਣ ਫਿਰ, ਫਟਾਫਟ ਗਿਣਦੇ ਨੂੰ, ਫਿਰ ਮੈਂ ਤੇਰੇ ਸਵਾਲ ਦਾ ਜਵਾਬ ਦੇਊਂਗਾ। ਹੁਣ ਰਾਜੇ ਨੇ ਕੀ ਕੀਤਾ? ਕਹਿੰਦਾ 1 2 3। ਬਾਬਾ ਨਾਨਕ ਕਹਿੰਦਾ ਰੁਕ ਜਾ। ਉਹ ਕਹਿੰਦਾ ਕਿਉਂ? ਕਹਿੰਦਾ ਤੂੰ ਗਿਣਤੀ ਗਲਤ ਕਰ ਦਾਂਗਾ, ਉਹ ਰੁਕ ਜਾ, ਗਿਣਤੀ ਸਹੀ ਨਹੀਂ ਹੈ। ਕਹਿੰਦਾ ਕਮਾਲ ਦੀ ਗੱਲ ਆ, ਮੈਂ ਅੱਖਰ ਤਾਂ 3 ਬੋਲੇ ਨੇ ਤੇ ਤਿੰਨਾਂ ਦੇ ਵਿੱਚ ਕੀ ਗਲਤ ਆ ਕੀ ਸਹੀ ਆ? ਬਾਬਾ ਨਾਨਕ ਕਹਿੰਦਾ ਦੁਬਾਰੇ ਗਿਣ। ਕਹਿੰਦਾ ਚੱਲ ਦੁਬਾਰੇ ਗਿਣ ਦੇਣਾ। ਕਹਿੰਦਾ 1 2। ਬਾਬਾ ਨਾਨਕ ਕਹਿੰਦਾ ਰੁਕ ਜਾ, ਕੁਛ ਭੁੱਲ ਗਿਆ।
ਕਹਿੰਦਾ ਨਹੀਂ ਭੁੱਲਿਆ ਨਹੀਂ, ਮੈਂ ਅਜੇ ਤਾਂ 2 ਹੀ ਗਿਣਿਆ, ਪਹਿਲਾਂ ਮੈਂ 3 ਤੱਕ ਪਹੁੰਚ ਗਿਆ, ਹੁਣ 3 ਤੱਕ ਵੀ ਨਹੀਂ ਜਾਣ ਦਿੱਤਾ ਮੈਨੂੰ, ਮੈਂ ਤਾਂ ਗਿਣੇ ਹੀ 2 ਆ ਹਜੇ, ਮੈਂ ਹਜੇ ਕੁਛ ਵੀ ਨਹੀਂ ਅੱਗੇ ਵਧਿਆਗਾ। ਗੁਰੂ ਨਾਨਕ ਸਾਹਿਬ ਕਹਿੰਦੇ ਦੁਬਾਰੇ ਗਿਣ, ਕਹਿੰਦਾ 1। ਬਾਬਾ ਨਾਨਕ ਕਹਿੰਦਾ ਤੂੰ ਕੁਛ ਭੁੱਲ ਗਿਆ, ਰੁਕ ਜਾ। ਸਾਰੀ ਲੋਕਾਈ ਵੀ ਹੈਰਾਨ ਆ, ਜਿੰਨੇ ਲੋਕ ਬੈਠੇ ਨੇ, ਤੇ ਦਸਤਗੀਰ ਪੀਰ ਵੀ ਹੈਰਾਨ ਆ। ਭੁੱਲਿਆ ਕੀ ਆ? ਚੱਲ ਮੈਂ ਤਾਂ ਭੁੱਲ ਗਿਆ, ਤੂੰ ਦੱਸ ਦੇ। ਬਾਬਾ ਨਾਨਕ ਕਹਿੰਦਾ ਤੇਰੇ ਸਵਾਲ ਦਾ ਜਵਾਬ ਬਾਅਦ ਚ ਆ, ਪਹਿਲਾਂ ਇਉਂ ਦੱਸ 1 ਤੋਂ ਪਹਿਲਾਂ ਕੀ ਆ? ਤੇ ਦਸਤਗੀਰ ਕੀ ਕਹਿੰਦਾ? ਕਹਿੰਦਾ 1 ਤੋਂ ਪਹਿਲਾਂ 1 ਹੀ ਆ, 1 ਤੋਂ ਪਹਿਲਾਂ ਕੁਛ ਨਹੀਂ, 1 ਤੋਂ ਪਹਿਲਾਂ ਕੁਛ ਨਹੀਂ, 1 ਤੋਂ ਪਹਿਲਾਂ 1 ਹੀ ਆ। ਬਾਬਾ ਨਾਨਕ ਕਹਿੰਦਾ ਤੇਰੇ ਸਵਾਲ ਦਾ ਜਵਾਬ ਤੈਨੂੰ ਮਿਲ ਗਿਆ। ਕਿਹੜਾ? ਪਰਮਾਤਮਾ ਤੋਂ ਪਹਿਲਾਂ ਪਰਮਾਤਮਾ ਹੀ ਆ, ਪਰਮਾਤਮਾ ਤੋਂ ਪਹਿਲਾਂ ਹੋਰ ਕੁਛ ਨਹੀਂ। ਤੇ ਸ਼ਬਦ ਕਿਹੜਾ ਉਚਾਰਨ ਕੀਤਾ? ਅਰਬਦ ਨਰਬਦ ਧੁੰਦੂਕਾਰ ਧਰਨਾ ਹੁਕਮ ਗਗਨ ਅਪਾਰਾ। ਨਾ ਦਿਨ ਨਾ ਰੈਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏਂਦਾ। ਜਦੋਂ ਚੰਦ ਸੂਰਜ ਧਰਤੀ ਹੈ ਹੀ ਨਹੀਂ ਸੀ। ਦੇਖੋ ਆਪਾਂ ਵੀ ਸੋਚ ਕੇ ਦੇਖੋ, ਜਦੋਂ ਨਾ ਤਾਂ ਚੰਦਰਮਾ ਸੀ, ਨਾ ਸੂਰਜ ਸੀ, ਨਾ ਧਰਤੀ ਸੀ। ਬਾਬੇ ਨਾਨਕ ਨੇ ਮਾਰੂ ਰਾਗ ਦੇ ਵਿੱਚ ਇਹ ਵਚਨ ਲਿਖਿਆ ਗਾ ਵੀ ਉਦੋਂ ਵੀ ਉਹ ਪਰਮਾਤਮਾ ਸੀ। ਇਹ ਤੋਂ ਸਿੱਧ ਕੀ ਹੋ ਗਿਆ? ਕਈ ਵਾਰ ਆਪਾਂ ਨਾ ਬਾਲ ਦੀ ਖੱਲ ਉਧੇੜਨ ਲੱਗ ਜਾਂਦੇ ਆ ਵੀ ਰੱਬ ਤੋਂ ਪਹਿਲਾਂ ਕੀ ਸੀ। ਆਪਣੇ ਦਿਮਾਗ 'ਚ ਵੀ ਆ ਜਾਂਦਾ ਹੈਗਾ ਰੱਬ ਤੋਂ ਪਹਿਲਾਂ ਰੱਬ ਹੀ ਸੀ, ਬਸ ਪਰਮਾਤਮਾ ਤੋਂ ਪਹਿਲਾਂ ਪਰਮਾਤਮਾ ਹੀ ਸੀ। ਚਲੋ ਤਸੱਲੀ ਹੋ ਗਈ। ਕਹਿੰਦਾ ਠੀਕ ਹੈ ਜੀ, ਕਹਿੰਦਾ ਮੈਂ ਤੁਹਾਡੀ ਗੱਲ ਸਮਝ ਗਿਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਅੱਲਾ ਤੋਂ ਪਹਿਲਾਂ ਅੱਲਾ ਹੀ ਆ, ਪਰਮਾਤਮਾ ਤੋਂ ਪਹਿਲਾਂ ਪਰਮਾਤਮਾ। ਜਦੋਂ 1 ਤੋਂ ਪਹਿਲਾਂ ਕੁਛ ਨਹੀਂ ਹੈ, 1 ਤੋਂ ਪਹਿਲਾਂ 1 ਹੀ ਆ। ਤੇ ਤਾਈਓ ਬਾਬੇ ਨਾਨਕ ਨੇ ਨਾਰਾ ਕੀ ਲਾਇਆ ਸੀਗਾ? ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਬਾਬਾ ਨਾਨਕ ਤਾਂ ਹੀ ਕਹਿੰਦਾ ਇੱਕੋ ਹੀ ਆ ਉਹ, ਹੋਰ ਤਾਂ ਹੀ ਨਹੀਂ ਕਿ 1 ਓੰਕਾਰ, ਇੱਕੋ ਹੀ ਆ ਬਸ। ਜਵਾਬ ਮਿਲ ਗਿਆ। ਚਲੋ ਕਹਿੰਦਾ ਦੂਜਾ ਸਵਾਲ ਆ, ਫਿਰ ਤੁਸੀਂ ਜਾਣਦੇ ਹੋਵੋਗੇ ਵੇ ਸਾਰੇ। ਜਦੋਂ ਕਿਹਾ ਵੀ ਦੂਜਾ ਸਵਾਲ ਆ, ਇਹਦਾ ਜਵਾਬ ਦੇ ਦੇ। ਜੇ ਉਹ 1 ਹੈ, ਉਹ ਦੀਂਦਾ ਕਿਉਂ ਨਹੀਂ? ਦੀਂਦਾ ਨਹੀਂ ਹੈ ਉਹ। ਉਹਦਾ ਨਾਂ ਦਿਸਣ ਦਾ ਕਾਰਨ ਕੀ ਆ? ਗੁਰੂ ਨਾਨਕ ਸਾਹਿਬ ਕਹਿੰਦੇ ਮਿਹਨਤ ਕਰਨੀ ਪੈਂਦੀ ਆ। ਤੇ ਹੁਣ ਇਹ ਦਸਤਗੀਰ ਰਾਜਾ ਵੀ ਆ, ਪੀਰ ਵੀ ਆ, ਕਹਿੰਦਾ ਬੜੀ ਮਿਹਨਤ ਕਰਦਾ ਮੈਂ, ਪਰ ਨਜ਼ਰ ਕਦੇ ਫਿਰ ਵੀ ਨਹੀਂ ਪਿਆਗਾ। ਤੇ ਸੱਚੀ ਗੱਲ ਆ, ਦੀਂਦਾ ਫਿਰ ਵੀ ਨਹੀਂ ਹੈ ਨਾ ਉਹ। ਚੱਕਰ ਚਿਹਨਰ ਵਰਨ ਜਾਤ ਔਰ ਪਾਤ ਨਿਹਨ ਜਿਹੇ ਰੂਪ ਰੰਗ ਔਰ ਰੇਖ ਭੇਖ ਕਉ ਕਹਿ ਨਾ ਸਕਤ ਕਿਹ ਚਲ ਮੂਰਤਨ ਭਉ ਪ੍ਰਕਾਸ਼ ਅਮਤੋਜ ਕਿਹ ਜੈ ਕੋਟ ਇੰਦਰ ਇੰਦਰਾਨ ਸਾਹੋ ਸਹਾਨ ਗਣਿਜੈ। ਤੋ ਪਾਤਸ਼ਾਹ ਜੀ ਨੇ ਲਿਖਿਆ ਨਾ ਵੀ ਉਹ ਪਰਮਾਤਮਾ ਦਾ ਕੋਈ ਚੱਕਰ ਚਿਹਨ ਨਹੀਂ ਹੈ। ਸਾਰੀ ਡਿਟੇਲ ਜਾਪ ਸਾਹਿਬ ਦੀ ਆਰੰਭਤਾ ਦੇ ਵਿੱਚ ਦੇਤੀ, ਬਾਣੀ 'ਚ ਬੜੀਆਂ ਡਿਟੇਲਾਂ ਦਿੱਤੀਆਂ ਨੇ। ਫਿਰ ਉਹ ਦੀਂਦਾ ਕਿਉਂ ਨਹੀਂ? ਤੇ ਉਹ ਦਿਸਣਾ ਚਾਹੀਦਾ ਗਾ। ਮਤਲਬ ਸਵਾਲ ਕੀ ਆ ਵੀ ਰੱਬ ਰਹਿੰਦਾ ਕਿੱਥੇ ਆ? ਜਦੋਂ ਇਹ ਕਿਹਾ ਨਾ, ਕਹਿੰਦਾ ਚੰਗਾ ਫਿਰ ਬਾਬਾ ਨਾਨਕ ਕਹਿੰਦਾ ਮੈਂ ਸੰਖੇਪ ਕਰਾਂ, 1 ਦੁੱਧ ਦਾ ਗੜਬਾ ਮੰਗਵਾ ਤੇ ਫਿਰ ਮੈਂ ਤੇਰੇ ਸਵਾਲ ਦਾ ਜਵਾਬ ਦੇਵਾਂਗਾ। ਤੇ ਗੁਰੂ ਨਾਨਕ ਸਾਹਿਬ ਦੇ ਕੋਲ ਦੁੱਧ ਦਾ ਗੜਬਾ ਪੇਸ਼ ਕੀਤਾ ਗਿਆ। ਜਦੋਂ ਦੁੱਧ ਦਾ ਗੜਬਾ ਪੇਸ਼ ਕੀਤਾ ਗਿਆ ਨਾ, ਤੇ ਦਸਤਗੀਰ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਦੁੱਧ ਵਿੱਚ ਨਾ ਮੈਨੂੰ ਕੁਛ ਨਜ਼ਰ ਆ ਰਿਹਾ ਗਾ, ਕਿਉਂਕਿ ਰੱਬ ਦੇ ਪਿਆਰਿਆਂ ਦੀ ਰਮਝ ਆ ਨਾ, ਤੇ ਉਹ ਦੁੱਧ ਵਿੱਚੋਂ ਕੱਢ ਬਾਹਰ। ਨਜ਼ਰ ਕੀ ਆਉਂਦਾ? ਪਾਤਸ਼ਾਹ 2 ਵਾਰੀ ਪੁਣਿਆ ਵਿਆ ਗਾ, ਕਹੋਗੇ ਆਪਾਂ ਹੋਰ ਪੁਣ ਲੈਂਦੇ ਆ, ਇਹਦੇ ਵਿੱਚ ਕੁਛ ਨਹੀਂ ਹੈ, ਬਿਲਕੁਲ ਸਾਫ ਸੁਥਰਾ ਦੁੱਧ ਆ, ਪੀ ਲਓ ਤੁਸੀਂ। ਹੁਣ ਦਸਤਗੀਰ ਨੇ ਸੋਚਿਆ ਪੀਣਾ ਹੋਊਗਾ, ਪੀ ਲਓ, ਪਰ ਨਹੀਂ, ਦੁੱਧ ਵਿੱਚ ਨਜ਼ਰ ਆਉਂਦਾ। ਬਾਬਾ ਨਾਨਕ ਕਹਿੰਦਾ ਕੀ ਨਜ਼ਰ ਆਉਂਦਾ? ਮੈਨੂੰ ਦੀਂਦਾ ਨਹੀਂ ਹੈ, ਦੀਂਦਾ ਨਹੀਂ ਹੈ ਮੈਨੂੰ, ਨਜ਼ਰ ਕੁਛ ਆ ਰਿਹਾ ਪਰ ਦਿਸ ਨਹੀਂ ਰਿਹਾ। ਬਾਬਾ ਨਾਨਕ ਕਹਿੰਦਾ ਮੈਨੂੰ ਦਿਸੀ ਜਾਂਦਾ, ਪਰ ਤੂੰ ਕਹਿ ਰਿਹਾ ਮੈਨੂੰ ਦੀਂਦਾ ਨਹੀਂ ਹੈ। ਇਸ ਗੱਲ ਤੇ ਤੂੰ ਆਪਦੀ ਅੱਖਾਂ ਦੀ ਨਿਗਾਹ ਚੈੱਕ ਕਰਵਾ, ਜਾਂ ਇਉਂ ਕਹਿ ਲਈਏ ਆਪਣੀ ਸੁਰਤ ਟਿਕਾਣੇ ਕਰ। ਉਹ ਕਹਿੰਦਾ ਮੈਨੂੰ ਕੁਛ ਵੀ ਨਜ਼ਰ ਨਹੀਂ ਆਉਂਦਾ ਗਾ, ਜੇ ਕੁਛ ਹੈ ਤਾਂ ਤੁਸੀਂ ਬੋਲ ਕੇ ਦੱਸ ਦਿਓ। ਬਾਬਾ ਨਾਨਕ ਬੋਲ ਪਿਆ, ਕਹਿੰਦਾ ਦੁੱਧ 'ਚ ਨਾ ਮੈਨੂੰ ਘਿਓ ਨਜ਼ਰ ਆਈ ਜਾਂਦਾ, ਦਿਸੀ ਜਾਂਦਾ ਵੀ ਦੁੱਧ 'ਚ ਘਿਓ ਆ। ਦਸਤਗੀਰ ਹੱਥ ਮਾਰ ਕੇ ਪਤਾ ਕੀ ਕਹਿੰਦਾ, ਲੈ ਇਹ ਤਾਂ ਮੈਨੂੰ ਵੀ ਪਤਾ ਗਾ। ਬਾਬਾ ਨਾਨਕ ਕਹਿੰਦਾ ਜੇ ਤੈਨੂੰ ਪਤਾ ਫਿਰ ਬੋਲਿਆ ਕਿਉਂ ਨਹੀਂ? ਕਹਿੰਦਾ ਉਹ ਐਂ ਨਹੀਂ ਦੀਂਦਾ, ਕਹਿੰਦਾ ਉਹ ਮਿਹਨਤ ਕਰਨੀ ਪੈਂਦੀ ਹੈ, ਫੇਰ ਵਿੱਚੋਂ ਪ੍ਰਗਟ ਹੁੰਦਾ। ਬਾਬਾ ਨਾਨਕ ਕਹਿੰਦਾ ਤੇਰੇ ਸਵਾਲ ਦਾ ਜਵਾਬ ਆ, ਰੱਬ
ਦੁਨੀਆ ਰੂਪੀ ਦੁੱਧ ਦੇ ਵਿੱਚ ਰਹਿੰਦਾ। ਅੱਬਲ ਅੱਲਾ, ਦੂਜਾ ਵਚਨ ਕੀ ਉਚਾਰਨ ਕੀਤਾ ਸੀ? ਅੱਬਲ ਅੱਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌ ਮੰਦੇ। ਫਿਰ ਪਾਤਸ਼ਾਹ ਜੀ ਨੇ ਜਦੋਂ ਆਹ ਗੱਲ ਕਹੀ ਨਾ, ਦਸਤਗੀਰ ਨੂੰ ਅਕਲ ਆ ਗਈ। ਕਹਿੰਦਾ ਠੀਕ ਆ, ਠੀਕ ਆ। ਤੇ ਹੁਣ ਦਸਤਗੀਰ ਨੂੰ ਪਤਾ, ਨਾਲ ਨਾਲ ਬਾਬੇ ਨਾਨਕ ਨੇ ਕੰਡ ਝਾੜ ਜੀ ਵੀ ਕਰਤੀ। ਕਹਿੰਦਾ ਉਹੀ ਚਕਾ ਕੇ ਮੂੰਹ ਸਾਰੇ ਘੱਲ ਤੇ ਮੇਰੇ ਕੰਨੀ, ਮਾਰੋ ਜਾ ਕੇ ਰੋੜੇ, ਸਿੱਟ ਲੋ ਜਾ ਕੇ, ਕੱਢੋ ਗਾਲਾਂ ਉਹਨੂੰ। ਕਹਿੰਦਾ ਹੁਣ ਅਕਲ ਟਿਕਾਣੇ ਆ ਗਈ। ਮਤਲਬ ਕਈ ਵਾਰ ਹੁੰਦਾ ਨਾ ਵੀ ਜਦੋਂ ਕੋਈ ਕੰਨ ਭਰਦੇ ਸੱਚੇ ਬੰਦੇ ਦੇ, ਦੁਨੀਆ ਦੇ ਲੋਕ ਜਿਹੜੇ ਹੁਸ਼ਿਆਰ ਲੋਕ ਹੁੰਦੇ ਨੇ, ਤੇਜ਼ ਦਿਮਾਗ ਦੇ, ਸਾਤਰ ਦਿਮਾਗ ਦੇ ਹੁੰਦੇ ਨਾ, ਉਹ ਲੋਕਾਂ ਨੂੰ ਮਗਰ ਪਾਉਂਦੇ ਆ। ਤੇ ਮਗਰ ਕੌਣ ਪੈਂਦੇ ਨੇ? ਜਿਹੜੇ ਲਾਈ ਲੱਗ ਹੋਣ, ਲਾਈ ਲੱਗ ਹੋਣ। ਤੇ ਬਾਬਾ ਨਾਨਕ ਨਾਲ ਨਾਲ ਕੰਡ ਝਾੜ ਜੀ ਵੀ ਕਰੀ ਜਾਂਦਾ। ਕਹਿੰਦਾ ਚਕਾ ਕੇ ਮੂੰਹ ਤੋਰਤਾ ਉਧਰ ਨੂੰ, ਵੀ ਵਗ ਜਾਓ ਜਾ ਕੇ, ਢਾਲ ਉਹਨੂੰ, ਰੋੜੇ ਮਾਰੋ। ਤੇ ਹੁਣ ਇਹਨਾਂ ਰੋੜਿਆਂ ਦਾ ਹਿਸਾਬ ਕਿਤਾਬ ਕੌਣ ਦੇਊ ਭਲਾ? ਦਸਤਗੀਰ ਚੁੱਪ ਆ, ਚੁੱਪ ਆ ਨਾ ਹੁਣ। ਕਿਉਂ? ਕਿਉਂਕਿ ਗਲਤੀਆਂ ਆਪਦੇ 'ਚ ਹੀ ਨਿਕਲਣ ਲੱਗ ਗਈਆਂ। ਜਦੋਂ ਬਾਬੇ ਨਾਨਕ ਨੂੰ ਨਾਨਕ ਨੇ ਦੋ ਗੱਲਾਂ ਦਾ ਜਵਾਬ ਦਿੱਤਾ, ਦਸਤਗੀਰ ਕਹਿੰਦਾ ਚੰਗਾ ਫਿਰ ਇੱਕ ਗੱਲ ਦਾ ਜਵਾਬ ਹੋਰ ਦੇ ਦੇ, ਉਦੋਂ ਬਾਅਦ ਬਸ ਮੈਂ ਹਾਰ ਮੰਨ ਲੂੰ ਤੇ ਤੂੰ ਜਿੱਤ ਜਾਏਗਾ। ਇੱਕ ਗੱਲ ਦਾ ਜਵਾਬ ਹੋਰ ਦੇ ਦੇ। ਉਹ ਕਹਿੰਦਾ ਦੱਸ। ਕਹਿੰਦਾ ਰੱਬ ਨਕੰਮਾ ਕੇ ਕੰਮ ਵਾਲਾ, ਰੱਬ ਨਕੰਮਾ ਕੇ ਕੰਮ ਵਾਲਾ ਗਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਤਾਂ ਕੰਮ ਹੀ ਬਹੁਤ ਕਰਦਾ, ਬਹੁਤ ਜ਼ਿਆਦਾ ਕੰਮ ਕਰਦਾ, ਉਹ ਨਕੰਮਾ ਨਹੀਂ ਹੈ। ਉਹ ਕਿਵੇਂ ਕੰਮ ਕਰਦਾ ਗਾ? ਦੱਸ ਭਲਾ ਫਿਰ ਮੈਨੂੰ, ਕੰਮ ਕਿਹੜੇ ਕਰਦਾ? ਜੇ ਉਹ ਨਕੰਮਾ ਨਹੀਂ ਹੈ ਤਾਂ ਉਹ ਕਿਹੜੇ ਕਿਹੜੇ ਕੰਮ ਕਰਦਾ? ਦੱਸ ਭਲਾ, ਇਹਦੀ ਡਿਟੇਲ ਦੇ, ਉਹ ਕਰਦਾ ਕੀ ਹੈ ਫਿਰ ਜੇ ਨਕੰਮਾ ਨਹੀਂ ਹੈ? ਬਾਬਾ ਨਾਨਕ ਕਹਿੰਦਾ ਦੋ ਸਵਾਲਾਂ ਦੇ ਜਵਾਬ ਤਾਂ ਤੈਨੂੰ ਦੇਤੇ ਮੈਂ। ਦਸਤਗੀਰ ਤੂੰ ਰਾਜਾ ਵੀ ਆ? ਕਹਿੰਦਾ ਹਾਂ। ਤੂੰ ਪੀਰ ਵੀ ਆ? ਕਹਿੰਦਾ ਹਾਂ। ਮਾੜਾ ਮੋਟਾ ਅਕਲ ਨੂੰ ਆਪ ਹੀ ਹੱਥ ਮਾਰ ਲਾ, ਅਕਲ ਨੂੰ ਆਪ ਹੀ ਹੱਥ ਮਾਰ। ਤੂੰ ਮੈਨੂੰ ਕਦੋਂ ਦਾ ਨਾ ਸਵਾਲ ਪੁੱਛੀ ਜਾਂਦਾ, ਮੈਂ ਤੈਨੂੰ ਜਵਾਬ ਦੇਈ ਜਾਂਦਾ। ਸੱਚ ਦੱਸੀ, ਤੂੰ ਵੀ ਕਿਸੇ ਮਦਰਸੇ 'ਚ ਕਿਸੇ ਟੀਚਰ ਕੋਲੇ ਗਿਆ ਹੋਏਗਾ, ਜਵਾਬ ਦੇਣ ਵਾਲਾ ਕਿੱਥੇ ਹੁੰਦਾ ਗਾ? ਜਾਣੀ ਕਿ ਬਾਬੇ ਨੇ ਸ਼ਾਰਟਕਟ ਗੱਲ ਕਹੀ, ਜਵਾਬ ਦੇਣ ਵਾਲਾ ਕਿੱਥੇ ਹੁੰਦਾ ਤੇ ਜਵਾਬ ਲੈਣ ਵਾਲਾ ਕਿੱਥੇ ਹੁੰਦਾ? ਤੇ ਦਸਤਗੀਰ ਆਪ ਹੀ ਬੋਲ ਪਿਆ। ਕਹਿੰਦਾ ਜਵਾਬ ਦੇਣ ਵਾਲਾ ਉੱਚੇ ਥਾਂ 'ਚ ਹੁੰਦਾ, ਚੌਂਤਰੇ ਤੇ ਹੁੰਦਾ, ਕੁਰਸੀ ਕਹਿ ਲੋ, ਥੋੜੀ ਜਿਹੀ ਉਚਾਈ ਹੁੰਦੀ ਆ ਕੁਝ ਸੁਣਾਉਣ ਵਾਲੇ ਦੀ, ਤੇ ਸੁਣਨ ਵਾਲੇ ਦੀ ਨੀਵਾਂਪਣ ਹੁੰਦਾ। ਜਾਣੀ ਕਿ ਨੀਵੇਂਪਣ ਤੇ ਗੱਲ ਕੈਚ ਹੁੰਦੀ ਆ। ਅੱਜ ਮੈਂ 2 ਕੁ ਦਿਨ ਨਾ ਪਹਿਲਾਂ ਮੈਨੂੰ ਕਿਸੇ ਨੇ ਕਹਿਤਾ ਕਿ ਤੂੰ ਬਰੋਬਰ ਮੇਜ਼ ਡਾਲਿਆ। ਮੈਂ ਕਿਹਾ ਕੋਈ ਨਾ ਭਾਈ, ਚੱਕ ਕੇ ਇਧਰ ਹੀ ਕਰ ਲਾਂਗੇ, ਆਪਾਂ ਸੀਸਾ ਲੱਗ ਜਾਣ ਦੇ। ਚਲੋ ਬਰੋਬਰ ਨਹੀਂ ਹੈ, ਮਹਾਰਾਜ ਕਿਰਪਾ ਕਰੇ। ਤੇ ਐਂ ਤਾਂ ਫਿਰ ਗ੍ਰੰਥੀ ਵੀ ਬਰੋਬਰ ਹੈਗਾ। ਦੇਖੋ ਕਿੱਥੇ ਕਿੱਥੇ ਆਪਾਂ ਗੱਲ ਕਰਾਂਗੇ ਨਾ। ਚਲੋ ਗੁਰੂ ਬਖਸ਼ਿਸ਼ ਕਰੇ। ਕਹਿੰਦਾ ਉਹ ਕਰਦਾ ਕੀ ਆ? ਫਿਰ ਉਹ ਕਹਿੰਦਾ ਤੂੰ ਆਪ ਹੀ ਅਕਲ ਨੂੰ ਹੱਥ ਮਾਰ, ਅਕਲ ਨੂੰ ਹੱਥ ਮਾਰ ਆਪ ਹੀ। ਜਦੋਂ ਏਦਾਂ ਗੱਲ ਕਹੀ ਨਾ, ਦਸਤਗੀਰ ਕਹਿੰਦਾ ਜੀ ਭੁੱਲ ਗਿਆ, ਤੁਸੀਂ ਇੱਧਰ ਬੈਠੋ ਉੱਚੇ ਥਾਂ 'ਚ ਤੇ ਮੈਂ ਇੱਧਰ ਬਹਿਨਾ ਥੱਲੇ ਨੀਵੇਂ ਥਾਂ 'ਚ, ਤੁਸੀਂ ਉੱਚੇ ਥਾਂ 'ਚ ਆ ਜਾਓ। ਜਦੋਂ ਉੱਚੇ ਥਾਂ 'ਚ ਕਿਹਾ ਨਾ ਵੀ ਇੱਧਰ ਆ ਜਾਓ, ਬਾਬਾ ਨਾਨਕ ਨੇ ਪਾਸਾ ਬਦਲ ਲਿਆ। ਦਸਤਗੀਰ ਪਾਸੇ ਹੋ ਗਿਆ, ਥੱਲੇ ਹੋ ਗਿਆ। ਰਾਜਾ ਸੀ, ਸੰਗਤ 'ਚ ਬਹਿ ਗਿਆ ਤੇ ਗੁਰੂ ਨਾਨਕ ਸਾਹਿਬ ਉੱਚੇ ਥਾਂ ਤੇ ਬਹਿ ਗਏ। ਜਦੋਂ ਉੱਚੇ ਥਾਂ ਤੇ ਬਹਿ ਗਏ ਨਾ, ਕਹਿੰਦਾ ਜੀ ਸਵਾਲ ਦਾ ਜਵਾਬ ਮੇਰਾ ਉੱਥੇ ਹੀ ਖੜਾ, ਵੀ ਕਰਦਾ ਕੀ ਆ? ਤੇ ਫਿਰ ਬਾਬੇ ਨਾਨਕ ਨੇ ਕੀ ਕਿਹਾ ਭਲਾ? ਪਤਾ ਲੱਗ ਗਿਆ ਨਾ ਆਪਾਂ ਨੂੰ। ਬਾਬਾ ਨਾਨਕ ਕਹਿੰਦਾ ਤੇਰੇ ਵਰਗੇ ਘੋਗੜਾਂ ਨੂੰ ਪੈਰਾਂ 'ਚ ਬਹਾਉਂਦਾ ਤੇ ਮੇਰੇ ਵਰਗੇ ਸਾਧਾਂ ਨੂੰ ਉਹ ਕੁਰਸੀਆਂ ਤੇ ਬਹਾਉਂਦਾ ਗਾ। ਆਹ ਕੰਮ ਕਰਦਾ ਗਾ। ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਜਿਹੜੇ ਰਾਜੇ ਸੀ ਨਾ, ਉਹਨਾਂ ਨੂੰ ਜੇਲ੍ਹਾਂ 'ਚ ਵੀ ਬਹਾਉਂਦਾ ਤੇ ਭਿਖਾਰੀਆਂ ਨੂੰ ਰਾਜ ਕਰਨ ਵੀ ਲਾਉਂਦਾ। ਉਹ ਆਹ ਕੰਮ ਕਰਦਾ ਗਾ। ਦਸਤਗੀਰ ਭੁੰਜੇ ਬੈਠਾ ਸੀ, ਭੁੰਜੇ ਬੈਠੇ ਨੇ ਬਾਬੇ ਨਾਨਕ ਦੇ ਪੈਰ ਫੜ ਲਏ। ਕਹਿੰਦਾ ਮੈਂ ਹਾਰਿਆ, ਤੂੰ ਜਿੱਤਿਆ, ਮੇਰੀਆਂ ਕਹਿੰਦਾ ਗਲਤੀਆਂ ਮੈਨੂੰ ਮਾਫ਼ ਕਰ ਤੇ ਅੱਗੇ ਤੋਂ ਅਸੀਂ ਤੈਨੂੰ ਪੂਜਾਂਗੇ। ਸੱਚ ਜਾਣਿਓ, ਸਿੱਖ ਪੂਜਣ ਨਾ ਪੂਜਣ ਬਾਬੇ ਨਾਨਕ ਨੂੰ, ਪਰ ਬਗਦਾਦ ਵਿੱਚ ਨਾ ਦਸਤਗੀਰ ਨੇ ਆਪਣੇ ਘਰ ਦੇ ਵਿੱਚ ਬਾਬੇ ਨਾਨਕ ਦੀ ਕੀ ਬਣਾਈ ਆ, ਮਤਲਬ ਕਿ ਇੱਕ ਨਿਸ਼ਾਨੀ ਵਜੋਂ ਨਾ ਜਗ੍ਹਾ ਚੁਣ ਲਈ। ਉੱਥੇ ਸਾਰਾ ਟੱਬਰ ਕਹਿੰਦੇ ਬਾਅਦ ਵਿੱਚ ਰੋਜ਼ਾਨਾ ਨਮਸਕਾਰ ਕਰਦਾ ਸੀ ਵੀ ਅੱਜ ਮੇਰਾ ਮੈਥੋਂ ਵੱਡਾ ਪੀਰ ਆਇਆ। ਦਸਤਗੀਰ ਵੀ ਪੀਰ ਸੀ, ਰਾਜਾ ਵੀ ਸੀ, 2 ਤੁਖਲ ਸੀ ਉਹਦੇ ਕੋਲੇ, ਮਤਲਬ 2 ਉਹਦੇ ਕੋਲੇ ਅਹੁਦੇ ਸੀ, ਪੀਰ ਦੇ ਵੀ ਤੇ ਰਾਜੇ ਦੇ ਵੀ। ਪਰ ਅੱਜ ਹਾਰ ਮੰਨ ਕੇ ਨਾ ਨੀਵਾਂ ਹੋ ਗਿਆ ਤੇ ਨਾਲ ਦੂਜਿਆਂ ਨੂੰ ਸਾਰਿਆਂ ਨੂੰ ਝੁਕਾਤਾ। ਕਹਿੰਦਾ ਮੱਥਾ ਟੇਕ ਲੋ, ਸਾਰਾ ਕੁਛ ਇਹੀ ਆ। ਤੇ ਇਉਂ ਭਾਈ ਬਾਬੇ ਨਾਨਕ ਨੇ ਘਰ ਘਰ ਜਾ ਕੇ ਗਿਆਨ ਵੰਡਿਆ। ਠੀਕ ਹੈ ਨਾ। ਇੱਥੇ ਆਪਣੀ ਬਾਣੀ ਦੀ ਵਿਚਾਰ ਸੀ, ਗਿਆਨ ਧਿਆਨ ਸਭ
ਗੁਰ ਤੇ ਹੋਈ। ਗੁਰੂ ਕੋਲੋਂ ਗਿਆਨ ਵੀ ਮਿਲਦਾ, ਗੁਰੂ ਕੋਲੋਂ ਧਿਆਨ ਟਿਕਾਉਣ ਦਾ ਤਰੀਕਾ ਵੀ ਮਿਲਦਾ। ਜਾਣੀ ਕਿ ਗੁਰੂ ਪਿਆਰ ਵੀ ਬਣਦਾ ਤੇ ਗੁਰੂ ਗਿਆਨ ਦੀ ਦਾਤ ਵੀ ਬਣਦਾ। ਗੁਰੂ ਕਦੇ ਨਫ਼ਰਤ ਨਹੀਂ ਬਣਦਾ। ਜੇ ਨਫ਼ਰਤ ਹੈ ਤਾਂ ਉਹ ਸਾਡੀ ਆਪਸ ਵਿੱਚ ਹੋ ਸਕਦੀ ਆ, ਈਰਖਾ ਹੈ ਤਾਂ ਸਾਡੀ ਆਪਸ ਵਿੱਚ ਹੋ ਸਕਦੀ ਆ। ਸੋ ਭੁੱਲਾਂ ਦੀ ਖਿਮਾ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ।